ਉਹ ਇੱਕ ਇਹੋ ਜਿਹਾ ਸ਼ਹੀਦ ਹੈ ਜਿਹਦੀ ਸੋਚ ਨੂੰ ਤੁਸੀਂ ਤੋੜ ਮਰੋੜ ਨਹੀਂ ਸਕਦੇ, ਉਹਦੇ ਨਾਲ ਕੋਈ ਖਿਲਵਾੜ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਦਾ। ਜੇ ਅਸੀਂ ਆਪਣੇ ਸ਼ਹੀਦਾਂ ਨੂੰ ਨਹੀਂ ਪੜ੍ਹਾਂਗੇ, ਉਹਨਾਂ ਦੀਆਂ ਮੂਲ ਲਿਖਤਾਂ ਨੂੰ ਨਹੀਂ ਜਾਣਾਂਗੇ, ਤਾਂ ਕਿਸੇ ਲਈ ਵੀ ਬਹੁਤ ਆਸਾਨ ਹੋ ਜਾਊਗਾ ਵੀ ਕੱਲ੍ਹ ਨੂੰ ਆ ਕੇ ਸਾਡੇ ਕਿਸੇ ਵੀ ਨਾਇਕ ਦੇ ਉੱਤੇ ਸਵਾਲ ਖੜਾ ਕਰ ਦੇਵੇ। ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਜਾਂ ਉਹਨੂੰ ਇਹ ਆਖਣਾ ਵੀ ਉਹ ਸ਼ਹੀਦ ਨਹੀਂ ਸੀ, ਇਸ ਗੱਲ ਨੂੰ ਸਾਬਤ ਕਰਨ ਲਈ ਇਸ ਹੱਦ ਤੱਕ ਜਾ ਸਕਦੇ ਹੋ ਵੀ ਤੁਹਾਨੂੰ ਅੰਗਰੇਜ਼ ਆ ਜਿਹੜੇ ਉਹ ਨਿਰਦੋਸ਼ ਲੱਗਣ ਲੱਗ ਜਾਣ। ਤੇ ਉਹਨਾਂ ਦੀ ਇਹ ਗੱਲ ਮੈਨੂੰ ਲੱਗਦਾ ਬਹੁਤ ਚੰਗੀ ਤਰ੍ਹਾਂ ਅੱਜ ਦੇਖੀ ਜਾ ਸਕਦੀ ਹੈ, ਸਾਰਥਕ ਹੈ ਵੀ ਜਿਉਂਦੇ ਹੋਏ ਭਗਤ ਸਿੰਘ ਨਾਲੋਂ ਮਰਿਆ ਹੋਇਆ ਭਗਤ ਸਿੰਘ ਇਹਨਾਂ ਲਈ ਵੱਧ ਖਤਰਨਾਕ ਹੋਊਗਾ। ਤੇ ਉਹ ਆਖਦੇ ਨਹੀਂ ਵੀ ਇਨਕਲਾਬ ਤੋਂ ਸਾਡਾ ਭਾਵ ਕੀ ਆ। ਇਨਕਲਾਬ ਤੋਂ ਭਾਵ ਇਹ ਨਹੀਂ ਵੀ ਜਿਹੜਾ ਆਮ ਆਦਮੀ ਪਾਰਟੀ ਅੱਜ ਬੋਲ ਰਹੀ ਹੈ ਵੀ ਦੇਖੋ ਜੀ ਪੰਜਾਬ ਤਾਂ ਅਸੀਂ ਇਨਕਲਾਬ ਲੈ ਆਂਦਾ। ਸੇ ਪੀਲੀਆਂ ਪੱਗਾਂ ਸਿਰਫ ਇੱਕ ਕੀ ਆਪਾਂ ਕਹਿ ਦਈਏ ਵੀ ਸਿਰਫ ਦਿੱਖ ਦੇ ਤੌਰ ਉੱਤੇ ਭਗਤ ਸਿੰਘ ਨੂੰ ਵਰਤਣਾ, ਇਹ ਤਾਂ ਬਾਕੀ ਵੀ ਬਥੇਰੀਆਂ ਸਰਕਾਰਾਂ ਵਰਤਦੀਆਂ ਹੀ ਰਹੀਆਂ ਨੇ। ਜੇ ਤੁਹਾਡੇ ਸਾਂਚੇ ਵਿੱਚ ਕੋਈ ਨਹੀਂ ਫਿੱਟ ਬੈਠਦਾ, ਇਹਦਾ ਮਤਲਬ ਇਹ ਤਾਂ ਨਹੀਂ ਵੀ ਉਸ ਬੰਦੇ ਦਾ ਕੋਈ ਯੋਗਦਾਨ ਨਹੀਂ ਰਿਹਾ। ਐਸੇ ਸਗੋਂ ਦੀ ਇਹ ਪੁੱਛਣੇ ਚਾਹੀਦੇ ਨੇ ਸਵਾਲ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਇਹਨਾਂ ਵਿੱਚੋਂ ਕਿੰਨਿਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਪੜ੍ਹੀਆਂ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਭਗਤ ਸਿੰਘ ਦੇ ਪੈਰੋਕਾਰ ਹਾਂ। RSS ਭਾਜਪਾ ਵਾਲੇ ਜਾਂ ਕਾਂਗਰਸ ਵਾਲੇ ਵੀ ਭਗਤ ਸਿੰਘ ਦਾ ਨਾਮ ਕਿਉਂ ਲੈਣਾ ਪੈ ਰਿਹਾ? ਕਿਉਂਕਿ ਭਗਤ ਸਿੰਘ ਲੋਕਾਂ ਦਾ ਨਾਇਕ ਹੈ। ਆਮ ਆਦਮੀ ਪਾਰਟੀ ਦਾ ਕੁੱਲ ਕਿਰਦਾਰ ਇਹੀ ਹੈ ਵੀ ਉਹ ਡਰਦੇ ਨੇ, ਉਹ ਵੀ ਡਰਦੇ ਨੇ ਭਗਤ ਸਿੰਘ ਦੀ ਸੋਚ ਤੋਂ ਕਿ ਸਾਰੀਆਂ ਸੱਤਾਧਰ ਪਾਰਟੀਆਂ ਡਰਦੀਆਂ ਨੇ ਭਗਤ ਸਿੰਘ ਦੀ ਸੋਚ ਤੋਂ ਵੀ ਜੇ ਕਿਧਰੇ ਨੌਜਵਾਨਾਂ ਨੇ ਅੱਜ ਦੇ ਸਮੇਂ 'ਚ ਭਗਤ ਸਿੰਘ ਦੀ ਉਹ ਸੋਚ ਪੜ੍ਹ ਲਈ ਤਾਂ ਉਹਦੇ ਰਾਹ ਤੇ ਚੱਲਣਗੇ। ਸਤਿ ਸ਼੍ਰੀ ਅਕਾਲ ਜੀ, ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਜਿਹੜੀਆਂ ਕਾਫੀ ਗੱਲਾਂ ਹੋਈਆਂ ਭਗਤ ਸਿੰਘ ਨੂੰ ਲੈ ਕੇ, ਭਈ ਭਗਤ ਸਿੰਘ ਅੱਤਵਾਦੀ, ਭਗਤ ਸਿੰਘ ਸ਼ਹੀਦ, ਕੁਝ ਲੋਕ ਮੰਨ ਲੈਂਦੇ ਆ ਕਿ ਉਹ ਅੱਤਵਾਦੀ ਹੈ, ਉਹਨਾਂ ਦੇ ਵਿੱਚ ਜ਼ਿਆਦਾਤਰ ਉਹ ਨੇ ਜੋ ਸਿਮਰਨਜੀਤ ਸਿੰਘ ਮਾਨ ਦੇ ਸਮਰਥਕ ਨੇ, ਪਰ ਵੱਡੀ ਗਿਣਤੀ ਇਹ ਮੰਨਦੇ ਕਿ ਭਗਤ ਸਿੰਘ ਸਾਡਾ ਸ਼ਹੀਦ ਹੈ। ਹੁਣ ਭਗਤ ਸਿੰਘ ਸ਼ਹੀਦ ਹੈ, ਅੱਤਵਾਦੀ ਹੈ, ਕਿਹੋ ਜਿਹੀ ਵਿਚਾਰਧਾਰਾ ਦਾ ਮਾਲਕ ਸੀ, ਕਿ ਉਹਦਾ ਜਿਹੜਾ ਉਸ ਸਮੇਂ ਜਿਹੜਾ ਕਿਹਾ ਜਾਂਦਾ ਕਿ ਬੇਕਸੂਰਾਂ ਨੂੰ ਮਾਰਿਆ, ਕਿ ਉਹ ਬੇਕਸੂਰ ਸੀ ਜਿਨ੍ਹਾਂ ਨੂੰ ਮਾਰਿਆ ਗਿਆ। ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅਮਨ ਨੇ ਲਲਕਾਰ ਤੋਂ। ਅਮਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਨ, ਕਿਵੇਂ ਹੋ? ਕਿਵੇਂ ਲੱਗਦਾ ਭਗਤ ਸਿੰਘ ਅੱਤਵਾਦੀ ਜਾਂ ਸ਼ਹੀਦ? ਦੇਖੋ ਜੀ, ਭਗਤ ਸਿੰਘ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਨਾ, ਭਗਤ ਸਿੰਘ ਦੀ ਸੋਚ ਕਿਹੋ ਜਿਹੀ ਸੀ, ਉਹਦੇ ਵਿਚਾਰ ਕੀ ਸੀ? ਮੈਨੂੰ ਲੱਗਦਾ ਵੀ ਉਹ ਆਪ ਉਹਨਾਂ ਚੀਜ਼ਾਂ ਦੀ ਗਵਾਹੀ ਭਰਦਾ ਹੈ। ਉਹਦੀਆਂ ਸਾਰੀਆਂ ਲਿਖਤਾਂ, ਉਹਨੇ ਜੋ ਕੁਛ ਨੌਜਵਾਨਾਂ ਦੇ ਨਾਮ ਸੁਨੇਹੇ ਲਿਖੇ ਨੇ, ਉਹ ਇੱਕ ਇਹੋ ਜਿਹਾ ਸ਼ਹੀਦ ਹੈ ਜਿਹਦੀ ਸੋਚ ਨੂੰ ਤੁਸੀਂ ਤੋੜ ਮਰੋੜ ਨਹੀਂ ਸਕਦੇ, ਉਹਦੇ ਨਾਲ ਕੋਈ ਖਿਲਵਾੜ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਦਾ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜੋ ਉਹ ਮੰਨਦਾ ਸੀ, ਜੋ ਉਹਦੀ ਸੋਚ ਸੀ, ਜੋ ਉਹਦੀ ਪੂਰਾ ਆਉਣ ਵਾਲੇ ਸਮੇਂ ਦੇ ਲਈ ਉਹ ਸੋਚਦਾ ਹੁੰਦਾ ਸੀ, ਉਹ ਸਾਰੀ ਚੀਜ਼ ਉਹ ਲਿਖ ਕੇ ਗਿਆ। ਇਸ ਕਰਕੇ ਭਗਤ ਸਿੰਘ ਨੇ ਇਹ ਵੀ ਗੱਲ ਲਿਖੀ ਹੈ ਵੀ ਬਹੁਤ ਸਾਰੇ ਲੋਕ ਮੈਨੂੰ ਇਹ ਆਖਦੇ ਨੇ ਵੀ ਮੈਂ ਦਹਿਸ਼ਤ ਪਸੰਦ ਹੈ, ਪਰ ਮੈਂ ਦਹਿਸ਼ਤ ਪਸੰਦ ਹਰਗਿਜ਼ ਨਹੀਂ ਹੈਗਾ। ਵੀ ਅਸੀਂ ਤਾਂ ਉਹ ਇਨਕਲਾਬੀ ਹਾਂ ਜਿਨ੍ਹਾਂ ਕੋਲ ਇੱਕ ਲੰਬਾ ਪ੍ਰੋਗਰਾਮ ਹੈ, ਜਿਨ੍ਹਾਂ ਨੇ ਸਮਾਜ ਦੇ ਲਈ ਇੱਕ ਦਿਸ਼ਾ ਨਿਰਦੇਸ਼ ਸੋਚਿਆ ਹੋਇਆ, ਤੇ ਅਸੀਂ ਉਹਦੇ ਉੱਤੇ ਦਰੜਾਂ ਤੇ ਉਹਨੂੰ ਲੈ ਕੇ ਕੰਮ ਕਰਦੇ ਹਾਂ, ਤੇ ਦਹਿਸ਼ਤ ਪਸੰਦ ਅਸੀਂ ਹਰਗਿਜ਼ ਵੀ ਨਹੀਂ ਹੈਗੇ। ਇਹ ਭਗਤ ਸਿੰਘ ਦੇ ਆਪਦੇ ਬੋਲ ਨੇ। ਇਸ ਕਰਕੇ ਕਿਸੇ ਵੀ ਬੰਦੇ ਦੀ ਸੋਚ ਨੂੰ ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਜੇ ਉਸ ਇਨਸਾਨ ਦੀ ਸ਼ਖਸੀਅਤ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਉਹਦੀਆਂ ਲਿਖੀਆਂ ਹੋਈਆਂ ਲਿਖਤਾਂ ਨੂੰ ਪੜ੍ਹਿਆ ਜਾਵੇ। ਤੇ ਸਾਡੇ ਸਮੱਸਿਆ ਇਹੀ ਹੈ ਵੀ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਇਸ ਗੱਲ ਤੋਂ ਬਾਅਦ ਸਾਡੀ ਨੌਜਵਾਨ ਪੀੜ੍ਹੀ ਭਗਤ ਸਿੰਘ ਦੀਆਂ ਲਿਖਤਾਂ ਚੱਕ ਕੇ ਪੜ੍ਹਨ ਲੱਗ ਗਈ ਵੀ ਘੱਟੋ ਘੱਟ ਪੜ੍ਹੀਏ ਤਾਂ ਸਹੀ ਅਸੀਂ ਇਹਨਾਂ ਨੇ ਆਖਿਆ ਕੀ ਹੈ। ਹੁਣ ਆਪਣੇ ਸਮਾਜ ਵਿੱਚ ਦੋ ਤਰ੍ਹਾਂ ਦੇ ਨਾਲ ਭਗਤ ਸਿੰਘ ਨੂੰ ਹਮੇਸ਼ਾ ਨਿੰਦਿਆ ਗਿਆ। ਇੱਕ ਤਾਂ ਸਿੱਧੇ ਇਸ ਤਰ੍ਹਾਂ ਦੇ ਨਾਲ ਮਾਨ ਵਰਗਿਆਂ ਦੇ ਸਮਰਥਕ ਜਿਹੜੇ ਇਹ ਆਖਦੇ ਨੇ ਸਿੱਧਾ ਹੀ ਵੀ ਇਹ ਤਾਂ ਅੱਤਵਾਦੀ ਹੈ ਨਾ, ਇਹਨੂੰ ਤੇ ਇਹ ਤਾਂ ਸ਼ਹੀਦ ਹੀ ਨਹੀਂ ਹੈਗਾ, ਇਸ ਤਰ੍ਹਾਂ ਨਾਲ ਸਿੱਧਾ ਹੀ ਉਹਨੂੰ ਪਾਸੇ ਹੀ ਕਰ ਦੇਣਾ ਵੀ ਇਹਦੀ ਕੋਈ ਸੋਚ ਹੀ ਨਾ ਲੋਕਾਂ ਤੱਕ ਪਹੁੰਚੇ, ਵੀ ਇਹਨੂੰ ਪਾਸੇ ਸਾਈਡ ਲਾਈਨ ਕਰੋ। ਦੂਜੀਆਂ ਹੈਗੀਆਂ ਨੇ ਜਿਹੜਾ ਸਰਕਾਰਾਂ ਨੇ ਰਾਹ ਅਪਣਾਇਆ ਵੀ ਭਗਤ ਸਿੰਘ ਦੀ ਦਿੱਖ, ਉਹਦੀ ਆਮ ਆਦਮੀ ਪਾਰਟੀ ਵਾਂਗੂ ਪੀਲੀ ਪੱਗ ਚੱਕ ਲਓ, ਉਹਦੀ ਬੁੱਤ ਚੱਕ ਲਓ, ਉਹਦੀਆਂ ਫੋਟੋਆਂ ਚੱਕ ਲਓ, ਉਹਨੂੰ ਬੰਬ ਪਿਸਤੌਲ ਵਾਲੀਆਂ ਫੋਟੋਆਂ ਲੈ ਕੇ ਜਾਓ ਮੀਡੀਆ ਦੇ ਵਿੱਚ, ਮਤਲਬ ਇਸ ਚੀਜ਼ ਨੂੰ ਪ੍ਰਚਾਰੋ। ਉਹ ਬੰਦੇ ਦੀ, ਉਸ ਵਿਅਕਤੀ ਦੀ ਕੀ ਸੋਚ ਆ ਉਹਨੂੰ ਤੁਸੀਂ ਦੱਬ ਦਿਓ। ਮਤਲਬ ਉਹਨਾਂ ਨੇ ਦੂਜੇ ਰੂਪ ਦੇ ਵਿੱਚ ਉਹਦੀ ਸਿਰਫ ਦਿੱਖ ਦੇ ਰਾਹੀਂ ਲੋਕਾਂ ਦੇ ਵਿੱਚ ਉਹਨੂੰ ਮਹਾਨ ਬਣਾ ਕੇ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਤਾਂ ਕਿ ਲੋਕ ਉਹਦੇ ਵਿਚਾਰਾਂ ਨੂੰ ਪੜ੍ਹ ਨਾ ਸਕਣ। ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਲੋਕਾਂ ਤੱਕ ਉਹਨਾਂ ਦੇ ਵਿਚਾਰ ਪਹੁੰਚਣ। ਹੁਣ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਸਾਂਝ ਹੈ ਵੀ ਇਹਨਾਂ ਦੋਨਾਂ ਦੇ ਲਈ ਭਗਤ ਸਿੰਘ ਆ ਜਿਹੜਾ ਉਹ ਖਤਰਨਾਕ ਹੈ, ਉਹਦੀ ਵਿਚਾਰਧਾਰਾ ਖਤਰਨਾਕ ਹੈ, ਕਿਉਂਕਿ ਉਹ ਉਹਨਾਂ ਵੇਲਿਆਂ ਦੇ ਵਿੱਚ ਵੀ ਉਹਨੇ ਇਹ ਗੱਲ ਬਹੁਤ ਸਾਫ਼ ਸਪਸ਼ਟ ਸ਼ਬਦਾਂ 'ਚ ਲਿਖੀ ਹੈ
ਵੀ ਪਹਿਲੀ ਗੱਲ ਅਸੀਂ ਨੌਜਵਾਨਾਂ ਨੂੰ ਬੰਬ ਪਿਸਤੌਲ ਚੱਕਣ ਦਾ ਸੁਨੇਹਾ ਨਹੀਂ ਦੇ ਸਕਦੇ, ਸਲਾਹ ਨਹੀਂ ਦੇ ਸਕਦੇ। ਉਹ ਲਿਖ ਕੇ ਜਾਂਦਾ ਨੌਜਵਾਨਾਂ ਦੇ ਨਾਮ ਸੁਨੇਹਾ ਵੀ ਉਹਨਾਂ ਦੇ ਕਰਨ ਲਈ ਹੋਰ ਬਹੁਤ ਜ਼ਰੂਰੀ ਕੰਮ ਪਏ ਨੇ। ਉਹਨਾਂ ਨੇ ਇੱਕ ਇਨਕਲਾਬ ਦਾ ਸੁਨੇਹਾ, ਫਿਰ ਉਹ ਇਹ ਵੀ ਲਿਖਦਾ ਵੀ ਉਹ ਕਿਹੜੇ ਇਨਕਲਾਬ ਦੀ ਗੱਲ ਕਰਦਾ ਵੀ ਜਿਨ੍ਹਾਂ ਨੇ ਜਿਹੜੇ ਪਿੰਡਾਂ ਬਸਤੀਆਂ ਸ਼ਹਿਰਾਂ ਮੁਹੱਲਿਆਂ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਉਹ ਇਨਕਲਾਬ ਦਾ ਸੁਨੇਹਾ ਲੈ ਕੇ ਜਾਣਾ। ਉਹ ਕਿਰਤੀਆਂ ਮਜ਼ਦੂਰਾਂ ਕਿਸਾਨਾਂ ਨੂੰ ਇਕੱਠੇ ਕਰਨਾ ਜਿਹੜੇ ਕਿ ਸਮਾਜ ਦੇ ਵਿੱਚ ਸਭ ਤੋਂ ਪਿਸਿਆ ਹੋਇਆ ਵਰਗ ਨੇ, ਤੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਨਕਲਾਬ ਲੈ ਕੇ ਆਉਣਾ। ਤੇ ਉਹ ਨੌਜਵਾਨਾਂ ਨੂੰ ਇਹੀ ਗੱਲ ਆਖਦੇ ਨੇ, ਤੇ ਉਹ ਆਖਦੇ ਨੇ ਵੀ ਇਨਕਲਾਬ ਤੋਂ ਸਾਡਾ ਭਾਵ ਕੀ ਆ। ਇਨਕਲਾਬ ਤੋਂ ਭਾਵ ਇਹ ਨਹੀਂ ਵੀ ਜਿਹੜਾ ਆਮ ਆਦਮੀ ਪਾਰਟੀ ਅੱਜ ਬੋਲ ਰਹੀ ਹੈ ਵੀ ਦੇਖੋ ਜੀ ਪੰਜਾਬ ਤਾਂ ਅਸੀਂ ਇਨਕਲਾਬ ਲੈ ਆਂਦਾ। ਉਹ ਇਹ ਆਖਦੇ ਨੇ ਵੀ ਇਨਕਲਾਬ ਤੋਂ ਸਾਡਾ ਭਾਵ ਇਹ ਹੈ ਵੀ ਇਹ ਲੁੱਟ ਜਬਰ ਬੇਇਨਸਾਫੀ ਤੇ ਆਧਾਰਿਤ ਜਿਹੜਾ ਢਾਂਚਾ ਹੈ ਇਹਨੂੰ ਖਤਮ ਕਰਕੇ ਇੱਕ ਨਵਾਂ ਢਾਂਚਾ ਉਸਾਰਿਆ ਜਾਵੇ, ਜਿੱਥੋਂ ਇੱਕ ਮਨੁੱਖ ਹੱਥੋਂ ਦੂਜੇ ਦੀ ਲੁੱਟ ਖਤਮ ਹੋਵੇ, ਜਿੱਥੇ ਕੋਈ ਇੱਕ ਦੂਜੇ ਨੂੰ ਲੁੱਟੇ ਨਾ, ਜਿੱਥੇ ਅਮੀਰੀ ਗਰੀਬੀ ਦੇ ਪਾੜੇ ਖਤਮ ਹੋਣ। ਇਹ ਕੁੱਲ ਭਗਤ ਸਿੰਘ ਦੇ ਵਿਚਾਰ ਨੇ, ਤੇ ਇਹਨਾਂ ਦੇ ਵਿੱਚੋਂ ਤੁਸੀਂ ਇਹ ਸਾਫ਼ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਭਗਤ ਸਿੰਘ ਕੋਈ ਦਹਿਸ਼ਤ ਪਸੰਦ ਨਹੀਂ ਸੀਗਾ। ਭਗਤ ਸਿੰਘ ਦੇ ਵਿਚਾਰ ਜਿਹੜੇ ਨੇ ਉਹਦਾ ਇੱਕ ਵਿਚਾਰਧਾਰਕ ਵਿਕਾਸ ਹੁੰਦਾ ਹੈ। ਉਹ ਆਪਦੇ ਆਖਰੀ ਸਮੇਂ ਤੱਕ ਪਹੁੰਚਦੇ ਉਹਨੂੰ ਇਹ ਗੱਲ ਦਾ ਉਹ ਸਮਾਜਵਾਦ ਵੱਲ ਨੂੰ ਵਧਿਆ ਹੈ। ਉਹਨੇ ਇਹ ਲੋਕਾਂ ਨੂੰ ਸੁਨੇਹਾ ਦਿੱਤਾ ਵੀ ਅਸੀਂ ਸਿਰਫ ਗੋਰੇ ਹਾਕਮਾਂ ਦੇ ਖਿਲਾਫ ਨਹੀਂ ਲੜਨਾ। ਅੱਜ ਜੇ ਮੰਨ ਲਓ ਚਮੜੀਆਂ ਦੇ ਰੰਗ ਵੀ ਬਦਲ ਜਾਂਦੇ ਆ, ਜੇ ਇਹ ਨਹਿਰੂ ਗਾਂਧੀ ਦੇ ਹੱਥੋਂ ਆਜ਼ਾਦੀ ਆ ਵੀ ਜਾਂਦੀ ਹੈ ਤਾਂ ਵੀ ਸਾਡੇ ਲੋਕਾਂ ਦੀ ਆਮ ਲੋਕਾਂ ਦੀ ਲੁੱਟ ਜੇ ਇਸੇ ਤਰ੍ਹਾਂ ਜਾਰੀ ਰਹੂ ਤਾਂ ਸਾਡੀ ਇਹ ਜਿਹੜੀ ਸਾਡੀ ਲੜਾਈ ਹੈ ਉਹ ਆਪਦੀ ਭੈਣ ਨੂੰ ਚਿੱਠੀ ਲਿਖਦੇ ਆ ਵੀ ਜੇ ਇੱਥੇ ਮੰਨ ਲਓ ਵੀ ਸਾਡੇ ਵਾਲੇ ਹਾਕਮ ਆ ਕੇ ਬਹਿ ਜਾਣ ਅੱਜ ਭਾਰਤੀ, ਤਾਂ ਸਾਡੀ ਲੜਾਈ ਤੁਸੀਂ ਜਾਰੀ ਰੱਖਣੀ ਆਉਣ ਵਾਲੇ ਸਮੇਂ ਦੇ ਵਿੱਚ। ਆਪਦੀ ਆਖਰੀ ਮੁਲਾਕਾਤ ਦੇ ਵਿੱਚ ਉਹ ਇਹ ਗੱਲ ਆਪਦੀ ਭੈਣ ਮੈਨੂੰ ਲੱਗਦਾ ਪ੍ਰਤਾਪ ਕੌਰ ਨੂੰ ਸ਼ਾਇਦ ਕਹਿੰਦੇ ਨੇ ਇਹ ਗੱਲ। ਮਤਲਬ ਇਸੇ ਤਰ੍ਹਾਂ ਭਗਤ ਸਿੰਘ ਦੀਆਂ ਸਾਰੀਆਂ ਲਿਖਤਾਂ ਮੌਜੂਦ ਨੇ, ਡਾਕੂਮੈਂਟਡ ਫੈਕਟਸ ਨੇ, ਸਾਰੇ ਆਰਕਾਈਵਸ ਦੇ ਵਿੱਚ ਪਏ ਨੇ। ਉਹਨਾਂ ਵਿੱਚੋਂ ਆਪਾਂ ਭਗਤ ਸਿੰਘ ਦੀ ਸੋਚ ਨੂੰ ਚੰਗੀ ਤਰ੍ਹਾਂ ਜਾਣ ਸਕਦੇ। ਇੱਕ ਮਤਲਬ ਮਾਹੌਲ ਬਣਾਇਆ ਜਾਂਦਾ, ਮਾਹੌਲ ਇਹ ਬਣਾਇਆ ਜਾਂਦਾ ਕਿ ਭਗਤ ਸਿੰਘ ਸੀ ਕਾਮਰੇਡ, ਸਿੱਖ ਜਿਹੜੇ ਕਾਮਰੇਡ ਆ ਉਹ ਸਿੱਖਾਂ ਦੇ ਖਿਲਾਫ ਹੈ, ਤੇ ਇਸ ਕਰਕੇ ਭਗਤ ਸਿੰਘ ਸਾਡਾ ਸ਼ਹੀਦ ਨਹੀਂ, ਕਹਿੰਦੇ ਸਿੱਖਾਂ ਦਾ ਸ਼ਹੀਦ ਨਹੀਂ ਦੇਸ਼ ਦਾ ਸ਼ਹੀਦ ਹੋਊਗਾ। ਦੇਖੋ ਜੀ ਇੱਕ ਨਾ ਬਹੁਤ ਵੱਡੀ ਗੱਲ ਹੈ ਵੀ ਜਦੋਂ ਤੁਸੀਂ ਜਿਹੜੀਆਂ ਗੱਲਾਂ ਤੇ ਆਧਾਰ ਤੇ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਦੋ ਚੀਜ਼ਾਂ ਨੇ। ਇੱਕ ਤਾਂ ਸਰਦਾਰ ਕਪੂਰ ਦੀ ਲਿਖੀ ਹੋਈ ਸੱਚੀ ਸਾਥੀ ਹੈ, ਠੀਕ ਹੈ, ਸਾਕੀ। ਦੂਜਾ ਇਹ ਇੱਕ ਹੋਰ ਜਿਹੜੀਆਂ ਜੇਲ੍ਹ ਚਿੱਠੀਆਂ ਲਿਖੀਆਂ ਹੋਈਆਂ ਨੇ ਜਿਹੜੀਆਂ, ਹੈ ਨਾ। ਮਤਲਬ ਇਹ ਦੋਨਾਂ ਚੀਜ਼ਾਂ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਨੇ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਚੱਕ ਕੇ ਪੜ੍ਹ ਲਓ। ਇਹਨਾਂ ਦੋਨਾਂ ਦੇ ਵਿੱਚ ਭਗਤ ਸਿੰਘ ਨੂੰ ਪਹਿਲਾਂ ਤਾਂ ਉਹਨਾਂ ਨੇ ਸਿੱਖ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅੱਜ ਤੱਕ, ਉਸ ਜਾਮੇ ਦੇ ਵਿੱਚ ਪਹੁੰਚਾਉਣ ਦੀ। ਦੇਖੋ ਭਗਤ ਸਿੰਘ ਨੂੰ ਆਪਾਂ ਨੂੰ ਉਹਦੇ ਜਿਹੇ ਜਿਹੇ ਵਿਚਾਰ ਨੇ ਉਸੇ ਤਰ੍ਹਾਂ ਹੀ ਉਹਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਸ ਇਨਕਲਾਬੀ ਨੇ ਸਮਾਜ ਦੇ ਵਿੱਚ ਹਰ ਚੀਜ਼, ਉਹਦੀ ਇੱਕ ਗੱਲ ਸੀ, ਉਹ ਕਹਿੰਦਾ ਵੀ ਜਿਹੜੇ ਵੀ ਸਾਡੇ ਸਮਾਜ ਦੇ ਵਿੱਚ ਪੁਰਾਣੀਆਂ ਮੁੱਲ ਮਾਨਤਾਵਾਂ ਨੇ, ਸਾਡੀਆਂ ਸਮਾਜ ਦੇ ਵਿੱਚ ਸਾਡੀਆਂ ਕਦਰਾਂ ਕੀਮਤਾਂ ਨੇ, ਜਿਨ੍ਹਾਂ ਨੂੰ ਅਸੀਂ ਐਵੇਂ ਹੀ ਭਰੋਸਾ ਕਰ ਲੈਂਦੇ ਹਾਂ ਕਿਉਂਕਿ ਉਹ ਚੱਲਦੀਆਂ ਹੀ ਆ ਰਹੀਆਂ ਨੇ, ਉਹਨਾਂ ਨੂੰ ਤਰਕ ਦੀ ਕਸੌਟੀ ਦੇ ਉੱਤੇ ਸਾਨੂੰ ਉਹਨਾਂ ਨੂੰ ਪਰਖਣਾ ਚਾਹੀਦਾ ਹਰ ਇੱਕ ਚੀਜ਼ ਨੂੰ। ਤੇ ਉਹ ਇਹ ਗੱਲ ਬਾਰ-ਬਾਰ ਬੋਲਦੇ ਨੇ। ਇਹਦੇ ਵਿੱਚ ਜਦੋਂ ਇਸ ਵਿੱਚ ਵੀ ਐਂ ਹੋਇਆ ਵਾ, ਸਰਦਾਰ ਕਪੂਰ ਉਹਨੂੰ ਪੂਰੀ ਤਰ੍ਹਾਂ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਭਗਤ ਸਿੰਘ ਇਨਕਲਾਬੀ ਨਹੀਂ, ਤੇ ਉਹਦੇ ਵਿੱਚ ਉਹ ਆਖਦੇ ਨੇ, ਕਹਿੰਦੇ ਬਈ ਰਣਧੀਰ ਸਿੰਘ ਨੂੰ ਭਗਤ ਸਿੰਘ ਨੇ ਇੱਕ ਇੱਛਾ ਪ੍ਰਗਟ ਕੀਤੀ ਸੀ ਵੀ ਇਸ ਜੇਲ੍ਹ ਦੇ ਵਿੱਚ, ਕਿਉਂਕਿ ਰਣਧੀਰ ਸਿੰਘ ਵੀ ਨਾਲ ਮੌਜੂਦ ਸੀਗੇ, ਤਾਂ ਇਸ ਕਰਕੇ ਵੀ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਉਹਨਾਂ ਤੋਂ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੁੰਦਾ, ਵੀ ਮੈਂ ਗੁਰੂ ਦਾ ਸਿੰਘ ਸਜਣਾ ਚਾਹੁੰਦਾ। ਤੇ ਇਹਦੀ ਉਹਨਾਂ ਨੇ ਜੇਲ੍ਹ ਵਾਲਿਆਂ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਦਿੱਤੀ। ਇਹਦੇ ਵਿੱਚ ਭਾਈ ਰਣਧੀਰ ਸਿੰਘ ਆਪਦੀ ਜੇਲ੍ਹ ਚਿੱਠੀਆਂ ਦੇ ਵਿੱਚ ਇਹ ਲਿਖਦੇ ਨੇ ਵੀ ਭਗਤ ਸਿੰਘ ਮੇਰੇ ਕੋਲ ਆਇਆ ਸੀਗਾ, ਉਦੋਂ ਉਹ ਨਾਸਤਕ ਸੀ, ਮੈਨੂੰ ਉਹ ਮਿਲਦਾ, ਮੈਂ ਉਹਨੂੰ ਭਰੋਸਾ ਦਿਵਾਇਆ, ਮੈਂ ਉਹਨੂੰ ਆਖਿਆ ਬਈ ਤੂੰ ਰੱਬ ਨੂੰ ਮੰਨਣਾ ਸ਼ੁਰੂ ਕਰ ਦੇ। ਮੈਂ ਉਹਦੇ ਨਾਲ ਦਲੀਲਾਂ ਕੀਤੀਆਂ ਤੇ ਫਿਰ ਉਸ ਤੋਂ ਬਾਅਦ ਭਗਤ ਸਿੰਘ ਮੰਨਣ ਲੱਗ ਗਿਆ। ਮੇਰੇ ਨਾਲ ਮੁਲਾਕਾਤ ਤੋਂ ਬਾਅਦ ਉਹ ਆਸਤਕ ਹੋ ਜਾਂਦਾ। ਉਹ ਸਰਦਾਰ ਕਪੂਰ ਜਮਾਂ ਹੀ ਉਲਟ ਗੱਲ ਲਿਖਦੇ ਨੇ। ਉਹ ਕਹਿੰਦੇ ਉਹ ਤਾਂ ਮਿਲਣਾ ਹੀ ਇਸ ਕਰਕੇ ਚਾਹੁੰਦਾ ਹੁੰਦਾ ਸੀ ਕਿਉਂਕਿ ਉਹ ਪਹਿਲਾਂ ਹੀ ਆਸਤਕ ਬਣ ਚੁੱਕਿਆ ਸੀ। ਇਸ ਕਰਕੇ ਇਹਨਾਂ ਦੀਆਂ ਆਪਸ ਵਿੱਚ ਵੀ ਗੱਲਾਂ ਸਾਰੀਆਂ ਕੁੱਲ ਮਿਲਾ ਕੇ ਇੱਕ ਦੂਜੇ ਦੇ ਉਲਟ ਖੜਦੀਆਂ ਨੇ। ਤਾਂ ਇੱਕ ਮਨ ਘੜਤ ਮਤਲਬ ਤੱਥਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਛੇੜਖਾਨੀ ਕਰਨ ਦੀ ਜਿਹੜੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਗਈ ਸੀ। ਅਸੀਂ ਉਹੀ ਗੱਲ ਆਖਦੇ ਹਾਂ ਵੀ ਜੇ ਤੁਹਾਡੇ ਸਾਂਚੇ ਵਿੱਚ ਕੋਈ ਨਹੀਂ ਫਿੱਟ ਬੈਠਦਾ, ਇਹਦਾ ਮਤਲਬ ਇਹ ਤਾਂ ਨਹੀਂ ਵੀ ਉਸ ਬੰਦੇ ਦਾ ਕੋਈ ਯੋਗਦਾਨ ਨਹੀਂ ਰਿਹਾ। ਤੁਸੀਂ ਪਹਿਲਾਂ ਇਹੀ ਕੋਸ਼ਿਸ਼ ਕਰਦੇ ਰਹੇ। ਤੁਸੀਂ ਇਹ ਗੱਲਾਂ ਵੀ ਮਤਲਬ ਅੱਡ-ਅੱਡ ਤਰ੍ਹਾਂ ਦੀਆਂ ਲੋਕਾਂ ਦੇ ਵਿੱਚ ਭਰਮ ਫੈਲਾਉਣੇ, ਗੱਲਾਂ ਲੈ ਕੇ ਜਾਣੀਆਂ ਵੀ ਭਾਈ ਇਹ ਤਾਂ ਲੇਖ ਹੀ ਇਹਨਾਂ ਨੇ ਨਹੀਂ ਲਿਖਿਆ, ਮੈਂ ਨਾਸਤੀ ਕਿਉਂ ਹਾਂ, ਜਾਂ ਹੋਰ ਅੱਡ-ਅੱਡ ਤਰ੍ਹਾਂ ਦੀਆਂ। ਭਗਤ ਸਿੰਘ ਨੇ ਇਹ ਗੱਲ ਆਖੀ ਜਦੋਂ ਸਗੋਂ ਦੀ ਹੋਇਆ ਕੀ, ਰਣਧੀਰ ਸਿੰਘ ਨੇ ਕੋਸ਼ਿਸ਼ ਕੀਤੀ ਭਗਤ ਸਿੰਘ ਨੂੰ ਆਸਤਕ ਬਣਾਉਣ ਦੀ, ਉਹ ਵੀ ਉਹਦਾ ਰੱਬ ਦੇ ਵਿੱਚ ਵਿਸ਼ਵਾਸ ਬਣੇ। ਭਗਤ ਸਿੰਘ ਨੇ ਉਹਨੂੰ ਸਿੱਧਾ ਆਖਤਾ ਸੀਗਾ ਵੀ ਮੈਂ ਨਾਸਤਕ ਹਾਂ, ਵੀ ਮੈਂ ਰੱਬ ਦੀ ਹੋਂਦ ਤੋਂ ਮੁਨਕਰ ਹਾਂ। ਉਹਨੇ ਇਹ ਗੱਲ ਆਖ ਦਿੱਤੀ ਸੀ ਭਗਤ ਸਿੰਘ ਨੇ। ਤੇ ਉਸ ਤੋਂ ਬਾਅਦ ਭਗਤ ਸਿੰਘ 5-6 ਅਕਤੂਬਰ 1930 ਨੂੰ ਆਪਣੀ ਮੁਲਾਕਾਤ ਤੋਂ ਬਾਅਦ ਇੱਕ ਲੇਖ ਲਿਖਦਾ ਹੈ, ਮੈਂ ਨਾਸਤਿਕ ਕਿਉਂ ਹਾਂ, ਜਿਹਦੇ ਵਿੱਚ ਉਹ ਸ਼ੁਰੂ ਦੇ ਵਿੱਚ ਇਹ ਲਿਖਦਾ ਵੀ ਮੈਨੂੰ ਜੇਲ੍ਹ ਦੇ ਵਿੱਚ ਕੁਛ ਕੁ ਸਮੇਂ ਦੇ ਲਈ ਇੱਕ ਬੰਦੇ ਦੇ ਨਾਲ, ਦੋਸਤ ਨਾਲ ਮੁਲਾਕਾਤ ਹੁੰਦੀ ਹੈ
ਤੇ ਉਹਦੇ ਵਿੱਚ ਉਹ ਇਹ ਗੱਲ ਆਖਦੇ ਨੇ ਵੀ ਮੈਨੂੰ ਕਹਿੰਦੇ ਨੇ ਵੀ ਤੂੰ ਹੰਕਾਰੀ ਹੋ ਚੁੱਕਿਆ ਤੇਰੇ ਅੰਦਰ, ਕਿਉਂਕਿ ਲੋਕਾਂ ਨੇ ਤੈਨੂੰ ਜਿਹੜੇ ਮੁਕੱਦਮੇ ਚੱਲੇ ਨੇ, ਜੋ ਲਾਹੌਰ ਸਾਜ਼ਿਸ਼ ਕੇਸ ਹੋਇਆ ਜਾਂ ਉਸ ਤੋਂ ਬਾਅਦ ਵਾਲੇ ਜਿਹੜੇ ਅਸੈਂਬਲੀ ਬੰਬ ਕਾਂਡ ਹੋਇਆ, ਇਸ ਤੋਂ ਬਾਅਦ ਤੈਨੂੰ ਮਿਲੀ ਫੋਕੀ ਸ਼ੋਹਰਤ ਕਰਕੇ ਤੂੰ ਰੱਬ ਦੀ ਹੋਣ ਤੋਂ ਮੁਨਕਰ ਹੋ ਰਿਹਾ ਵਾਂ, ਵੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਬਾਦਲੀਲ ਇਸ ਗੱਲ ਨੂੰ ਤੋਂ ਇਨਕਾਰ ਕਰਦਾ। ਤੇ ਉਸ ਤੋਂ ਬਾਅਦ ਉਹ ਲੇਖ ਲਿਖਦੇ ਨੇ, ਮਤਲਬ ਇਹ ਤੋਂ ਸਾਫ਼ ਸਪਸ਼ਟ ਹੁੰਦਾ ਵੀ ਭਗਤ ਸਿੰਘ ਉਹ ਲੇਖ ਅਸਲ ਵਿੱਚ ਰਣਧੀਰ ਸਿੰਘ ਦੀ ਜਿਹੜੀ ਨਾਲ ਗੱਲਬਾਤ ਹੋਈ ਸੀ ਉਹਦੇ ਜਵਾਬ ਦੇ ਵਜੋਂ ਲਿਖਦੇ ਨੇ ਵੀ ਮੈਨੂੰ ਜਿਸ ਤਰ੍ਹਾਂ ਨਾਲ ਪ੍ਰਚਾਰਿਆ ਜਾ ਰਿਹਾ ਉਹਦੇ ਉਲਟਾ ਮੈਂ, ਤੇ ਉਹਦੇ ਵਿੱਚੋਂ ਪੂਰੀਆਂ ਦਲੀਲਾਂ ਦਿੰਦੇ ਨੇ। ਮੈਨੂੰ ਲੱਗਦਾ ਵੀ ਦਲੀਲਾਂ ਦੇ ਬਾਰੇ ਗੱਲ ਕਰਨਾ ਅੱਜ ਬਹੁਤ ਜ਼ਰੂਰੀ ਹੈ। ਤੇ ਅੱਜ ਸਾਡੇ ਲੋਕਾਂ ਦੇ ਵਿੱਚ ਜੇ ਦੇਖੋ, ਜੇ ਅਸੀਂ ਆਪਣੇ ਸ਼ਹੀਦਾਂ ਨੂੰ ਨਹੀਂ ਪੜ੍ਹਾਂਗੇ, ਉਹਨਾਂ ਦੀਆਂ ਮੂਲ ਲਿਖਤਾਂ ਨੂੰ ਨਹੀਂ ਜਾਣਾਂਗੇ, ਤਾਂ ਕਿਸੇ ਲਈ ਵੀ ਬਹੁਤ ਆਸਾਨ ਹੋ ਜਾਊਗਾ ਵੀ ਕੱਲ ਨੂੰ ਆ ਕੇ ਸਾਡੇ ਕਿਸੇ ਵੀ ਨਾਇਕ ਦੇ ਉੱਤੇ ਸਵਾਲ ਖੜਾ ਕਰ ਦੇਵੇ। ਇਸ ਕਰਕੇ ਇਹ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਮੈਨੂੰ ਲੱਗਦਾ ਵੀ ਇਹ ਲੋਕ ਪੜ੍ਹਨਗੇ, ਪਰ ਲੋਕਾਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਮੂਲ ਲਿਖਤਾਂ। ਕੋਈ ਬਹੁਤ ਜ਼ਿਆਦਾ ਨਹੀਂ ਲਿਖੀਆਂ ਸੀ ਭਗਤ ਸਿੰਘ ਨੇ ਮੂਲ ਲਿਖਤਾਂ, ਤੇ ਉਹਨਾਂ ਦੀਆਂ ਸਾਰੀਆਂ ਲਿਖਤਾਂ ਅੱਡ-ਅੱਡ ਸਮਿਆਂ ਤੇ ਕਿਰਤੀ ਅਖਬਾਰ ਛਪਦੀਆਂ ਰਹੀਆਂ, ਅੱਡ-ਅੱਡ ਆਰਕਾਈਵਸ ਦੇ ਵਿੱਚ, ਜਾਂ ਮਾਲਵਿੰਦਰਜੀਤ ਸਿੰਘ ਵੜੈਚ ਵਰਗੇ ਨੇ, ਚਮਨ ਲਾਲ ਵਰਗੇ, ਜਾਂ ਉਹਨਾਂ ਦੇ ਭਾਂਜੇ ਪ੍ਰੋਫੈਸਰ ਜਗਮੋਹਨ, ਜਿਨ੍ਹਾਂ ਨੇ ਇਹ ਸਾਰੇ ਤੱਥ ਜਿਹੜੇ ਨੇ ਖੋਜਬੀਨ ਕਰਕੇ ਬਾਹਰ ਲਿਆਂਦੇ ਨੇ, ਤੇ ਅੱਜ ਉਹ ਸਾਡੇ ਕੋਲ ਉਪਲਬਧ ਨੇ, ਸਬੂਤਾਂ ਦੇ ਨਾਲ ਉਪਲਬਧ ਨੇ ਵੀ ਇਹ ਭਗਤ ਸਿੰਘ ਦੀਆਂ ਆਪਦੀਆਂ ਲਿਖਤਾਂ ਨੇ, ਤੇ ਉਹ ਕੀ ਸੋਚ ਰੱਖ ਕੇ ਗਏ ਨੇ। ਆਮ ਆਦਮੀ ਪਾਰਟੀ, ਜਿਵੇਂ ਆਪਾਂ ਪਹਿਲਾਂ ਤੁਸੀਂ ਕਿਹਾ ਕਿ ਉਹਦੀ ਪੱਗ ਅਪਣਾ ਲਈ, ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਮਾਨ ਸਾਹਿਬ ਦੇ ਬਿਆਨ ਤੇ ਰਿਐਕਟ ਕੀਤਾ ਕਿ ਦੇਖੋ ਜੀ ਸਾਡੇ ਮੁੱਖ ਮੰਤਰੀ ਤਾਂ ਇਹਨਾਂ ਨੂੰ ਆਦਰਸ਼ ਮੰਨਦੇ ਨੇ, ਸਾਰੇ ਦਫ਼ਤਰਾਂ ਦੇ ਵਿੱਚ ਫੋਟੋਆਂ ਲਵਾਤੀਆਂ, ਅਸੀਂ ਭਗਤ ਸਿੰਘ ਦੀ ਸੋਚ ਦੇ ਅਨੁਆਈ ਹਾਂ। ਕੀ ਹੈ? ਨਹੀਂ ਜੀ, ਬਿਲਕੁਲ ਨਹੀਂ। ਆਮ ਆਦਮੀ ਪਾਰਟੀ ਦੀ ਜੋ ਸੋਚ ਹੈ, ਜੋ ਉਹਨਾਂ ਦਾ ਕੁੱਲ ਕਿਰਦਾਰ ਹੈ, ਉਹ ਅਸੀਂ ਪਹਿਲੇ ਦਿਨ ਤੋਂ ਆਖਦੇ ਹਾਂ। ਅਸੀਂ ਇਹੀ ਆਖਦੇ ਹਾਂ ਵੀ ਦੇਖੋ, ਤੁਸੀਂ ਸਿਰਫ ਰਸਮ ਪੂਰਤੀ ਕਰ ਸਕਦੇ ਹੋ ਭਗਤ ਸਿੰਘ ਦੇ ਨਾਮ ਤੇ, ਜੋ ਤੁਸੀਂ ਕਰ ਰਹੇ ਹੋ ਪਹਿਲੇ ਦਿਨ ਤੋਂ। ਖਟਕੜ ਕਲਾਂ ਜਾ ਕੇ ਸਹੁੰ ਚੁੱਕ ਸਮਾਗਮ ਉੱਤੇ ਕਰੋੜਾਂ ਰੁਪਏ ਖਰਚ ਕਰ ਦੇਣੇ, ਇਹ ਦੱਸਦਾ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ, ਹੈ ਨਾ। ਦੂਸਰੇ ਪਾਸੇ ਪੀਲੀਆਂ ਪੱਗਾਂ ਸਿਰਫ ਇੱਕ ਕੀ ਆਪਾਂ ਕਹਿ ਦਈਏ ਵੀ ਸਿਰਫ ਦਿੱਖ ਦੇ ਤੌਰ ਉੱਤੇ ਭਗਤ ਸਿੰਘ ਨੂੰ ਵਰਤਣਾ, ਇਹ ਤਾਂ ਬਾਕੀ ਵੀ ਬਥੇਰੀਆਂ ਸਰਕਾਰਾਂ ਵਰਤਦੀਆਂ ਹੀ ਰਹੀਆਂ ਨੇ, ਇਹ ਤਾਂ ਸਰਕਾਰਾਂ ਦੀ ਮਜਬੂਰੀ ਬਣ ਗਈ। ਹੁਣ ਸਮੱਸਿਆ ਇਹ ਦੇਖੋ ਵੀ ਆਮ ਆਦਮੀ ਪਾਰਟੀ ਨੂੰ ਭਗਤ ਸਿੰਘ ਦਾ ਨਾਮ ਕਿਉਂ ਲੈਣਾ ਪੈ ਰਿਹਾ, ਆਰਐਸਐਸ ਭਾਜਪਾ ਵਾਲੇ ਜਾਂ ਕਾਂਗਰਸ ਵਾਲੇ ਵੀ ਭਗਤ ਸਿੰਘ ਦਾ ਨਾਮ ਕਿਉਂ ਲੈਣਾ ਪੈ ਰਿਹਾ, ਕਿਉਂਕਿ ਭਗਤ ਸਿੰਘ ਲੋਕਾਂ ਦਾ ਨਾਇਕ ਹੈ। ਤੇ ਜਿਹੜੇ ਇਹ ਤੋਮਤਾਂ ਲਾਉਂਦੇ ਨੇ ਨਾ ਵੀ ਭਗਤ ਸਿੰਘ ਨੂੰ ਸਟੇਟ ਨੇ ਸ਼ਾਇਦ ਬਣਾਤਾ ਨਾਇਕ, ਜਾਣਬੁੱਝ ਕੇ ਐਸਟੈਬਲਿਸ਼ ਕੀਤਾ, ਇਹਨਾਂ ਦੇ ਸਾਂਚੇ 'ਚ ਫਿੱਟ ਆਉਂਦਾ, ਦੇਖੋ ਸਾਂਚੇ 'ਚੋਂ ਕਿਸੇ ਦੇ ਫਿੱਟ ਨਹੀਂ ਆਉਂਦਾ ਤੁਹਾਡੇ। ਉਹ ਜਿਹੜੇ ਇਸ ਵੇਲੇ ਹਾਕਮ ਧਿਰਾਂ ਨੇ, ਜਿੰਨੀਆਂ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਨੇ, ਇਹਨਾਂ ਵਿੱਚੋਂ ਕਿਸੇ ਦੇ ਵੀ ਸਾਂਚੇ ਦੇ ਵਿੱਚ ਫਿੱਟ ਨਹੀਂ ਆਉਂਦਾ। ਇਸ ਕਰਕੇ ਭਗਤ ਸਿੰਘ ਨੂੰ ਉਹ ਕੀ ਚਾਹੁੰਦੇ ਸੀ, ਉਹ ਚਾਹੁੰਦੇ ਸੀਗੇ ਭਗਤ ਸਿੰਘ ਨੂੰ ਸਿਰਫ ਉਹਦੇ ਉੱਤੋਂ ਦੀ ਦਿੱਖ ਤੱਕ ਉਹਨੂੰ ਸੀਮਿਤ ਕਰਕੇ ਰੱਖਿਆ ਜਾਵੇ, ਉਹਦੀ ਸੋਚ ਲੋਕਾਂ ਤੱਕ ਨਾ ਪਹੁੰਚੇ। ਨਾ ਉਹਦੀਆਂ ਕਿਤਾਬਾਂ ਵੰਡਣ ਦੀ ਕੋਸ਼ਿਸ਼ ਕੀਤੀ ਲੋਕਾਂ ਤੱਕ, ਨਾ ਹੀ ਕਦੇ ਪੜ੍ਹਾਉਣ ਦੀ ਸਿਲੇਬਸਾਂ ਦੇ ਵਿੱਚ ਇਹ ਕੋਸ਼ਿਸ਼ ਕੀਤੀ ਹੈ। ਤੇ ਅੱਜ ਇਹ ਜਮਾ ਦੂਜੇ ਪਾਸੇ ਖੜੇ ਹੋ ਗਏ ਨੇ। ਤੇ ਆਮ ਆਦਮੀ ਪਾਰਟੀ ਦਾ ਕੁੱਲ ਕਿਰਦਾਰ ਇਹੀ ਹੈ ਵੀ ਉਹ ਡਰਦੇ ਨੇ, ਉਹ ਵੀ ਡਰਦੇ ਨੇ ਭਗਤ ਸਿੰਘ ਦੀ ਸੋਚ ਤੋਂ। ਭਗਤ ਸਿੰਘ ਦੇਖੋ, ਸਾਡੇ ਪਿੰਡਾਂ ਦੇ ਵਿੱਚ ਭਗਤ ਸਿੰਘ ਦੀ ਮੌਤ ਤੋਂ ਬਾਅਦ ਘੋੜੀਆਂ ਲਿਖੀਆਂ ਗਈਆਂ ਸੀ, ਗਾਈਆਂ ਗਈਆਂ ਭਗਤ ਸਿੰਘ ਦੇ ਨਾਮ ਉੱਤੇ। ਲੋਕਾਂ ਦੇ ਪਿੰਡ ਦੇ ਵਿੱਚ ਕਲੱਬ ਖੁੱਲ੍ਹੇ ਹੋਏ ਨੇ। ਸਰਕਾਰ ਤਾਂ ਨਹੀਂ ਖੋਲ੍ਹਦੀ ਇਹ ਕਲੱਬ, ਇਹ ਤਾਂ ਲੋਕ ਖੋਲ੍ਹਦੇ ਨੇ, ਕਿਉਂਕਿ ਲੋਕ ਉਹਨੂੰ ਆਪਦਾ ਨਾਇਕ ਮੰਨਦੇ ਨੇ। ਇਸ ਕਰਕੇ ਸਾਰੀਆਂ ਸੱਤਾਧਰ ਪਾਰਟੀਆਂ ਡਰਦੀਆਂ ਨੇ ਭਗਤ ਸਿੰਘ ਦੀ ਸੋਚ ਤੋਂ, ਵੀ ਜੇ ਕਿਧਰੇ ਨੌਜਵਾਨਾਂ ਨੇ ਅੱਜ ਦੇ ਸਮੇਂ 'ਚ ਭਗਤ ਸਿੰਘ ਦੀ ਉਹ ਸੋਚ ਪੜ੍ਹ ਲਈ ਤਾਂ ਉਹਦੇ ਰਾਹ ਤੇ ਚੱਲਣਗੇ। ਤੇ ਇਸ ਗੱਲ ਦਾ ਸਬੂਤ ਹੈ ਵੀ ਇਹੋ ਜਿਹੇ ਬਥੇਰੇ ਇਨਕਲਾਬੀ ਨੌਜਵਾਨ ਨੇ ਜਿਹੜੇ ਅੱਜ ਭਗਤ ਸਿੰਘ ਦੇ ਪਰਨਾਏ ਦਿਖਾਏ ਹੋਏ ਰਾਹ ਦੇ ਉੱਤੇ ਚੱਲਦੇ ਨੇ, ਜਿਹੜੇ ਆਪਦੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਪੜ੍ਹਾਈਆਂ ਕਰਕੇ ਉਸ ਤੋਂ ਬਾਅਦ ਆਪਦੀ ਸਾਰੀ ਜ਼ਿੰਦਗੀ ਉਸ ਇਨਕਲਾਬ ਦੇ ਲੇਖੇ ਲਾਉਂਦੇ ਆ ਜਿਹਦਾ ਭਗਤ ਸਿੰਘ ਅੱਜ ਨਾਮ ਲੈਂਦਾ ਹੈ। ਸਾਡੇ ਨਾਲ ਦੇ ਕਿੰਨੇ ਨੌਜਵਾਨ ਇਹੋ ਜਿਹੇ ਬਥੇਰੇ ਹੈਗੇ ਨੇ। ਮਤਲਬ ਇਹ ਸਰਕਾਰਾਂ ਇਸੇ ਚੀਜ਼ ਤੋਂ ਡਰਦੀਆਂ ਨੇ ਵੀ ਜੇ ਕਿਤੇ ਅੱਜ ਉਸੇ ਤਰ੍ਹਾਂ ਭਗਤ ਸਿੰਘ ਉਹੀ ਸੋਚ ਨਾਲ ਪਰਨਾਇਆ ਹੋਇਆ ਜੇ ਕਿਤੇ ਸਮਾਜ ਦੇ ਵਿੱਚ ਆਇਆ ਤਾਂ ਸਾਡੀ ਸੱਤਾ ਨੂੰ ਅੱਜ ਖਤਰਾ ਹੈ। ਕਿਉਂਕਿ ਭਗਤ ਸਿੰਘ ਨੇ ਤਾਂ ਇਹ ਗੱਲ ਆਖੀ ਸੀ ਨਾ ਵੀ ਮੈਨੂੰ ਇਨਕਲਾਬ ਤੋਂ ਮੇਰਾ ਮਤਲਬ ਉਹ ਹੈ ਜਿੱਥੇ ਇੱਕ ਮਨੁੱਖ ਹੱਥੋਂ ਦੂਜੇ ਦੀ ਲੁੱਟ ਨਾ ਹੋਵੇ। ਹੁਣ ਤੁਹਾਡੇ ਵਾਲੇ ਦੇ ਵਿੱਚ ਦੇਖ ਲਓ ਕਿ ਗਰੀਬੀ ਅਮੀਰੀ ਦੇ ਪਾੜੇ ਖਤਮ ਹੋ ਗਏ ਨੇ, ਕਿ ਇੱਕ ਪਾਸੇ ਸਰਕਾਰੀ ਸਕੂਲ ਹੈ ਜਿੱਥੇ ਸੁਵਿਧਾਵਾਂ ਬਹੁਤ ਥੋੜ੍ਹੀਆਂ ਨੇ, ਤੇ ਇੱਕ ਪਾਸੇ ਪ੍ਰਾਈਵੇਟ ਸਕੂਲ ਹੈ ਜਿੱਥੇ ਸਵਿਮਿੰਗ ਪੂਲ ਘੁੜਸਵਾਰੀਆਂ ਵੀ ਹੁੰਦੀਆਂ ਨੇ, ਹੈ ਨਾ। ਹੁਣ ਇੱਕ ਪਾਸੇ ਗਰੀਬ ਹੈ ਬੱਚੇ ਜਿਹੜੇ ਉਹ ਫੁੱਟਪਾਥ 'ਤੇ ਕੋਈ ਸੌਂਦਾ ਹੈ, ਕੋਈ ਝੌਂਪੜੀਆਂ ਦੇ ਵਿੱਚ ਸੌਂਦਾ, ਕੋਈ 12-14 ਘੰਟੇ ਮਜ਼ਦੂਰੀਆਂ ਕਰਦਾ ਹੈ ਮਜ਼ਦੂਰ, ਕਿਸਾਨ ਜਿਹੜੇ ਕਿਰਤੀ ਲੋਕ ਨੇ ਉਹ ਸੜਕਾਂ 'ਤੇ ਰੁਲਦੇ ਨੇ। ਦੂਜੇ ਪਾਸੇ ਤੁਸੀਂ ਮਹਿਲਾਂ ਦੇ ਵਿੱਚ ਬੈਠ ਕੇ ਸਾਰੇ ਐਸ਼ੋ ਆਰਾਮ ਨੂੰ ਮਾਣ ਰਹੇ ਹੋ। ਇਹ ਅਮੀਰੀ ਗਰੀਬੀ ਦੇ ਪਾੜੇ ਅੱਜ ਨਹੀਂ ਮੁੱਕੇ, ਇਹ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਇਨਕਲਾਬ ਅੱਜ ਨਹੀਂ ਆਇਆ। ਇਸ ਕਰਕੇ ਇਹ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਸਾਰੇ ਬਿਲਕੁਲ ਝੂਠੇ ਨੇ। ਮਤਲਬ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ। ਅਸੀਂ ਇਹ ਸਗੋਂ ਦੀ ਇਹ ਪੁੱਛਣੇ ਚਾਹੀਦੇ ਨੇ ਸਵਾਲ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਇਹਨਾਂ ਵਿੱਚੋਂ ਕਿੰਨਿਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਪੜ੍ਹੀਆਂ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਭਗਤ ਸਿੰਘ ਦੇ ਪੈਰੋਕਾਰ ਹਾਂ ਜਾਂ ਉਹਦੀ ਸੋਚ ਨੂੰ ਲੈ ਕੇ ਚੱਲਦੇ ਹਾਂ। ਮੈਨੂੰ ਲੱਗਦਾ ਜੇ ਤੁਸੀਂ ਆਪਦੀਆਂ ਉਹਦੀਆਂ ਲਿਖਤਾਂ ਹੀ ਪੜ੍ਹ ਲਓਗੇ ਤੁਹਾਨੂੰ ਸ਼ਰਮ ਆਉਣ ਲੱਗ ਜੂਗੀ ਵੀ ਅਸੀਂ ਕਿਵੇਂ ਕਿਹੜੇ ਮੂੰਹ ਨਾਲ ਭਗਤ ਸਿੰਘ ਦਾ ਨਾਮ ਲੈ ਸਕਦੇ ਹਾਂ, ਕਿਵੇਂ ਆਖ ਸਕਦੇ ਹਾਂ ਵੀ ਅਸੀਂ ਉਹਦਾ ਇਨਕਲਾਬ ਲੈ ਹੀ ਆਏ ਹਾਂ।
ਅੱਛਾ, ਜਿਹੜੀ ਇਹ ਗੱਲ ਅਸੈਂਬਲੀ 'ਚ ਬੰਬ ਸੁੱਟਣ ਦੀ ਚੱਲ ਪੈਂਦੀ ਹੈ, ਕਹਿੰਦੇ ਵੀ ਅਸੈਂਬਲੀ 'ਚ ਜਾ ਕੇ ਬੰਬ ਸੁੱਟਣਾ ਕੋਈ ਚੰਗੀ ਗੱਲ ਨਹੀਂ ਸੀ। ਮਾਨ ਸਾਹਿਬ ਇਹ ਗੱਲ ਆਉਂਦੇ ਆ ਵੀ ਉਹ ਇਹ ਚੀਜ਼ ਨੂੰ ਇਸ ਤਰੀਕੇ ਨਾਲ ਕਿ ਉੱਥੇ ਨਿਰਦੋਸ਼ ਲੋਕ ਬੈਠੇ ਸੀ, ਜਾਂ ਜਿਹੜੇ ਇੱਕ ਪੁਲਿਸ ਅਫਸਰ ਨੂੰ ਮਾਰਿਆ ਗਿਆ ਉਹ ਨਿਰਦੋਸ਼ ਸਿੱਖ ਸੀ, ਵੀ ਕੀ ਉਸ ਸਮੇਂ ਦੇ ਜਿਹੜੇ ਉਸ ਹਾਕਮ ਧਿਰ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਨੂੰ ਨਿਰਦੋਸ਼ ਕਹਿ ਕੇ ਇਸ ਤਰੀਕੇ ਦੇ ਨਾਲ ਪਾਸੇ ਕੀਤਾ ਜਾ ਸਕਦਾ? ਦੇਖੋ ਜੀ, ਇਸ ਗੱਲ ਤੇ ਤਾਂ ਹੱਸਿਆ ਹੀ ਜਾ ਸਕਦਾ ਹੈ ਵੀ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਜਾਂ ਉਹਨੂੰ ਇਹ ਆਖਣਾ ਵੀ ਉਹ ਸ਼ਹੀਦ ਨਹੀਂ ਸੀ, ਇਸ ਗੱਲ ਨੂੰ ਸਾਬਤ ਕਰਨ ਲਈ ਇਸ ਹੱਦ ਤੱਕ ਜਾ ਸਕਦੇ ਹੋ ਵੀ ਤੁਹਾਨੂੰ ਅੰਗਰੇਜ਼ ਆ ਜਿਹੜੇ ਉਹ ਨਿਰਦੋਸ਼ ਲੱਗਣ ਲੱਗ ਜਾਣ। ਤੁਹਾਨੂੰ ਅਸੈਂਬਲੀ ਦੇ ਵਿੱਚ ਬੈਠੇ ਉਹ ਲੋਕ ਜਿਹੜੇ ਲੋਕਾਂ ਉੱਤੇ ਰਾਜ ਕਰਦੇ ਸੀ, ਤੇ ਉਦੋਂ ਮਾਨ ਸਾਹਿਬ ਉਹ ਗੱਲ ਉਹਦਾ ਨਾਮ ਕਿਉਂ ਨਹੀਂ ਲੈਂਦੇ, ਜਿਹੜੇ ਸਿਮਰਜੀਤ ਮਾਨ ਜਿਹੜੇ 2 ਕਾਨੂੰਨ ਪਾਸ ਹੋਏ ਪਰ ਰਹੇ ਸੀ ਉਦੋਂ, ਉਸ ਦਿਨ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਲੈ ਕੇ ਮਤਾ ਪਾਇਆ ਗਿਆ ਸੀਗਾ। ਉਹ ਜਿਹੜੇ ਪਬਲਿਕ ਸੇਫਟੀ ਐਕਟ ਹੈ ਤੇ ਇੰਡਸਟਰੀ ਡਿਸਪਿਊਟਸ ਐਕਟ ਹੈ, ਜਿਹੜੇ ਕਿ ਟ੍ਰੇਡ ਯੂਨੀਅਨ ਜਿੰਨੀਆਂ ਨੇ ਮਜ਼ਦੂਰਾਂ ਦੀਆਂ ਯੂਨੀਅਨਾਂ ਨੇ ਉਹਨਾਂ ਦੇ ਬਣਨ ਦੇ ਉੱਤੇ ਉਹਨਾਂ ਦੀ ਕੰਮਕਾਰ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਾਉਂਦੇ ਸੀ। ਜਿਹੜਾ PSA ਹੈ ਉਹ ਅੱਜ ਵੀ ਐਕਟਿਵ ਹੈ। ਅੱਜ ਵੀ ਸਾਡੇ ਨੌਜਵਾਨ ਨੇ ਜਿਹੜੇ ਉਹ ਪਬਲਿਕ ਸੇਫਟੀ ਐਕਟ ਦੇ ਤਹਿਤ ਕਿੰਨੇ ਵਾਰ ਅੰਦਰ ਜਿਹੜੇ ਵਾੜੇ ਜਾਂਦੇ ਨੇ। ਭਗਤ ਸਿੰਘ ਇਹਨਾਂ ਦੋਨੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆਪਦੀ ਆਵਾਜ਼ ਲੋਕਾਂ ਤੱਕ ਲੈ ਕੇ ਜਾਣ ਦੇ ਲਈ ਭਗਤ ਸਿੰਘ ਤੇ BK ਦੱਤ, ਬਟੁਕੇਸ਼ਵਰ ਦੱਤ, ਇਹ ਦੋਵੇਂ ਜਣੇ ਅਸੈਂਬਲੀ ਦੇ ਵਿੱਚ, ਇਹਨਾਂ ਦੀ ਜਥੇਬੰਦੀ ਸੀ HSRA, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਉਹਦੇ ਵਿੱਚ ਬਕਾਇਦਾ ਮੀਟਿੰਗ ਦੇ ਵਿੱਚ ਇਹ ਤੈਅ ਕਰਦੇ ਨੇ ਵੀ ਇਹ 2 ਬੰਦੇ ਜਾ ਕੇ ਅਸੈਂਬਲੀ ਦੇ ਵਿੱਚ ਬੰਬ ਸੁੱਟਣਗੇ, ਤੇ ਉਹ ਬੰਬ ਕੋਈ ਖਤਰਨਾਕ ਕਿਸੇ ਨੂੰ ਮਾਰਨ ਦੇ ਲਈ ਨਹੀਂ ਸੁੱਟਿਆ ਜਾਊਗਾ, ਉਹ ਇੱਕ ਅਜਿਹੀ ਥਾਂ ਤੇ ਸੁੱਟਿਆ ਜਾਊਗਾ। ਤੇ ਉਹ ਕਦੋਂ ਸੁੱਟਿਆ ਜਾਊਗਾ? ਜਦੋਂ ਦੋਨੇ ਥਾਵਾਂ ਤੇ ਦੋਨੇ ਜਿਹੜੀ ਹੋਣੇ ਹਾਊਸ ਨੇ ਉਹਨਾਂ ਦੇ ਵਿੱਚ VOTING ਹੋ ਚੁੱਕੀ ਹੋਊਗੀ ਬਿੱਲ ਨੂੰ ਲੈ ਕੇ, ਉਸ ਤੋਂ ਬਾਅਦ ਇਹ ਜਿਹੜਾ ਬੰਬ ਆ ਉਹ ਸੁੱਟਿਆ ਜਾਊਗਾ ਅਸੈਂਬਲੀ 'ਚ। ਤੇ ਉਸ ਥਾਂ ਤੇ ਸੁੱਟਦੇ ਨੇ ਜਿੱਥੇ ਉਹ ਕਿਸੇ ਜਾਨੀ ਮਾਲੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਸੀ। ਉਹਨਾਂ ਦਾ ਮਕਸਦ ਕੀ ਸੀ? ਉਹਨਾਂ ਦਾ ਮਕਸਦ ਇਹੀ ਸੀ ਵੀ ਇਹਨਾਂ ਬੋਲੇ ਕੰਨਾਂ ਨੂੰ ਖੋਲ੍ਹਣਾ, ਇਹਨਾਂ ਬਹਿਰਿਆਂ ਨੂੰ ਸੁਣਾਉਣ ਦੇ ਲਈ ਉਹ ਆਵਾਜ਼ ਚੱਕਣਾ ਚਾਹੁੰਦੇ ਸੀ। ਤੇ ਇਸੇ ਕਰਕੇ ਉਹਨਾਂ ਨੇ ਉਹ ਬੋਲਦੇ ਵੀ ਨੇ। ਉਸ ਤੋਂ ਬਾਅਦ ਉਹ ਇੱਕ ਪੈਂਫਲੇਟ ਵੰਡਦੇ ਨੇ। ਉਹ ਉਦੋਂ ਇਹ ਤੈਅ ਕੀਤਾ ਗਿਆ ਸੀ ਵੀ ਜੋ ਬੰਬ ਸਿੱਟਣਗੇ ਤਾਂ ਉਸ ਤੋਂ ਬਾਅਦ ਉਹ ਭੱਜਣਗੇ ਨਹੀਂ। ਉਹ ਇੰਨੀ ਜ਼ਿਆਦਾ ਉੱਥੇ ਹਫੜਾ ਦਫੜੀ ਬਚ ਗਈ ਸੀ ਵੀ ਉਹ ਭੱਜ ਵੀ ਸਕਦੇ ਸੀ ਆਪਣੇ ਆਪ ਨੂੰ ਬਚਾਉਣ ਲਈ, ਪਰ ਉਹ ਖੜੇ ਰਹਿੰਦੇ ਨੇ ਕਿਉਂਕਿ ਉਹ ਅਦਾਲਤ ਦੇ ਮੰਚ ਨੂੰ ਇੱਕ ਮੰਚ ਵਾਂਗੂ ਇਸਤੇਮਾਲ ਕਰਕੇ ਆਪਣੀ ਆਵਾਜ਼ ਲੋਕਾਂ ਤੱਕ ਲੈ ਕੇ ਜਾਣ ਲਈ ਉਹਨੂੰ ਵਰਤਣਾ ਚਾਹੁੰਦੇ ਸੀ। ਤੇ ਇਸੇ ਕਰਕੇ ਉਹ ਬਹਿਰਿਆਂ ਨੂੰ ਸੁਣਾਉਣ ਲਈ ਜਿਹੜਾ ਉਹ ਉਸ ਤੋਂ ਬਾਅਦ ਪੈਂਫਲੇਟ ਸਿੱਟਦੇ ਨੇ, ਉਹਦੇ ਵਿੱਚ ਵੀ ਆਪਦੀ ਸਾਰੀ ਜਿਹੜੀ ਸੋਚ ਹੈ ਉਹਨਾਂ ਦੀ ਰਾਜਨੀਤੀ ਉਹਨੂੰ ਲੈ ਕੇ ਜਾਂਦੇ ਨੇ ਉਹ ਲੋਕਾਂ ਦੇ ਵਿੱਚ ਵੀ ਅਸੀਂ ਕਿਉਂ ਇਹ ਸਿੱਟਿਆ, ਅਸੀਂ ਇਹ ਬਹਿਰਿਆਂ ਨੂੰ ਸੁਣਾਉਣ ਲਈ, ਅਸੀਂ ਇਹ 2 ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਇਹ ਸਿੱਟਿਆ। ਕਿਉਂਕਿ ਅੱਜ ਭਾਰਤ ਦੀ ਸੱਤਾ ਉੱਤੇ ਜਿਹੜੇ ਬੈਠੇ ਹਾਕਮ ਨੇ ਇਹ ਲਗਾਤਾਰ ਲੋਕਾਂ ਦੇ ਇਹ ਕੋਈ ਨੁਮਾਇੰਦੇ ਨਹੀਂ ਹੈਗੇ, ਇਹ ਕੁਝ ਇੱਕ ਖਾਸ ਵਰਗ ਦੇ ਨੁਮਾਇੰਦੇ ਨੇ ਜਿਹੜੇ ਲੋਕਾਂ ਨੂੰ ਲਗਾਤਾਰ ਲੁੱਟਣ ਦੇ ਲਈ ਲੱਗੇ ਹੋਏ ਨੇ। ਤੇ ਅਸੀਂ ਲੋਕਾਂ ਤੱਕ ਆਪਦਾ ਸੁਨੇਹਾ ਆਪਦੀਆਂ ਗੱਲ ਲੈ ਕੇ ਆਉਣਾ ਚਾਹੁੰਦੇ ਹਾਂ। ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਅਰੈਸਟ ਹੁੰਦੀ ਹੈ। ਕੀ ਭਗਤ ਸਿੰਘ ਬਚ ਸਕਦੇ ਸੀ ਫਾਂਸੀ ਤੋਂ ਜਾਂ ਇਸ ਅਰੈਸਟ ਦੇ ਉੱਤੋਂ ਜੋ ਚਾਹੁੰਦੇ? ਦੇਖੋ ਜੀ, ਉਹਨਾਂ ਦੀ ਸੋਚ ਹੀ ਇਹ ਸੀਗੀ, ਮਤਲਬ ਉਹਨਾਂ ਨੇ ਬਚਨ ਦੇ ਬਾਰੇ ਕਦੇ ਨਹੀਂ ਸੋਚਿਆ ਹੈਗਾ ਭਗਤ ਸਿੰਘ ਨੇ। ਜਾਂ ਜਿਵੇਂ ਬਹੁਤ ਸਾਰੇ ਲੋਕ ਆਖਦੇ ਨੇ ਵੀ ਬੁਜ਼ਦਿਲ ਸੀ ਜਾਂ ਅੱਡ ਤਰ੍ਹਾਂ ਦੇ ਨਾਲ ਬਹੁਤ ਮਤਲਬ ਤੱਥਾਂ ਨਾਲ ਤੋੜ ਮਰੋੜ ਕਰਕੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਭਗਤ ਸਿੰਘ ਨੇ ਜਦੋਂ ਉਹਨਾਂ ਨੇ ਬੰਬ ਸਿੱਟਿਆ ਵੀ ਸੀ ਅਸੈਂਬਲੀ ਦੇ ਵਿੱਚ, ਉਸ ਤੋਂ ਬਾਅਦ ਉੱਥੇ ਖੜੇ ਰਹਿੰਦੇ ਨੇ, ਦ੍ਰਿੜ ਰਹਿੰਦੇ ਨੇ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਉਂਦੇ ਨੇ, ਪੈਂਫਲੇਟ ਸਿੱਟਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀ, ਉਹਨਾਂ ਦੀ ਸਾਰੀ ਪਾਰਟੀ ਨੂੰ ਪਤਾ ਸੀ ਇਹ ਗੱਲ ਵੀ ਜਿਹੜੇ ਬੰਦੇ ਵੀ ਇਹ ਗੱਲ ਲਈ ਜਾਣਗੇ, ਬੰਬ ਸਿੱਟਣ ਜਾਣਗੇ, ਉਹਨਾਂ ਨੂੰ ਫਾਂਸੀ ਦੀ ਸਜ਼ਾ ਪੱਕੀ ਹੈ। ਤੇ ਭਗਤ ਸਿੰਘ ਕਿਉਂਕਿ ਉਹ ਤਾਂ ਪਹਿਲਾਂ ਵੀ ਸਾਂਡਰਸ ਦੇ ਕਤਲ ਦੇ ਵਿੱਚ ਵੀ ਉਹਦਾ ਨਾਮ ਆਇਆ ਸੀ, ਇਸ ਕਰਕੇ ਭਗਤ ਸਿੰਘ ਨੂੰ ਤਾਂ ਫਾਂਸੀ ਜ਼ਰੂਰ ਲੱਗੇਗੀ। ਤੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਗਿਲਾ ਵੀ ਸੀ ਵੀ ਭਗਤ ਸਿੰਘ ਨੂੰ ਕਿਉਂ ਭੇਜਿਆ ਗਿਆ ਸੀ ਉਹਨਾਂ ਸਾਰਿਆਂ ਨੇ ਚੁਣ ਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦੇ ਜਿਹੜੇ ਵਿਚਾਰ ਨੇ ਸਭ ਤੋਂ ਵਧੀਆ ਬਿਹਤਰ ਤਰੀਕੇ ਦੇ ਨਾਲ ਜੇ ਕੋਈ ਲੋਕਾਂ ਦੇ ਵਿੱਚ ਰੱਖ ਸਕਦਾ ਹੈ ਤਾਂ ਉਹ ਭਗਤ ਸਿੰਘ ਹੀ ਹੋ ਸਕਦਾ, ਇਸ ਕਰਕੇ ਉਹੀ ਜਾਂਦਾ ਹੈ। ਤੇ ਭਗਤ ਸਿੰਘ ਕਦੇ ਵੀ ਫਾਂਸੀ ਤੋਂ ਬਚਣਾ ਨਹੀਂ ਸੀ ਚਾਹੁੰਦੇ, ਕਦੇ ਵੀ ਉਹ ਭੱਜਣਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਤਾਂ ਆਪਦੀ ਫਾਂਸੀ ਤੋਂ ਕੁਝ ਦਿਨ ਪਹਿਲਾਂ ਇੱਥੇ ਵਾਇਸਰਾਏ ਨੂੰ ਚਿੱਠੀ ਲਿਖੀ ਸੀ। ਉਹਨਾਂ ਨੇ ਆਖਿਆ ਸੀ ਵੀ ਅਸੀਂ ਤਾਂ ਤੁਹਾਡੀ ਸਟੇਟ ਦੇ ਗੁਨਾਹਗਾਰ ਹਾਂ, ਅਸੀਂ ਤਾਂ ਸਟੇਟ ਦੇ ਖਿਲਾਫ ਵਿਦਰੋਹ ਕੀਤਾ ਹੈ, ਇਸ ਕਰਕੇ ਤੁਹਾਡੇ ਕਾਨੂੰਨ ਦੇ ਮੁਤਾਬਕ ਸਾਨੂੰ ਤਾਂ ਗੋਲੀ ਮਾਰਨੀ ਚਾਹੀਦੀ ਹੈ, ਤੁਸੀਂ ਫਾਂਸੀ ਕਿਉਂ ਲਾ ਰਹੇ ਹੋ, ਤੁਹਾਨੂੰ ਸਾਨੂੰ ਗੋਲੀ ਦੇ ਨਾਲ ਸਾਹਮਣਿਓਂ ਭੁੰਨਣਾ ਚਾਹੀਦਾ ਹੈ। ਤੇ ਉਹਨਾਂ ਨੇ ਇਹ ਗੱਲ ਸਵੀਕਾਰ ਨਹੀਂ ਸੀ ਕੀਤੀ, ਇਸ ਕਰਕੇ ਭਗਤ ਸਿੰਘ ਨੇ ਇਹ ਗੱਲ ਆਖੀ ਸੀ। ਤੇ ਉਹਨਾਂ ਦੀ ਇਹ ਗੱਲ ਮੈਨੂੰ ਲੱਗਦਾ ਬਹੁਤ ਚੰਗੀ ਤਰ੍ਹਾਂ ਅੱਜ ਦੇਖੀ ਜਾ ਸਕਦੀ ਹੈ, ਸਾਰਥਕ ਹੈ ਵੀ ਜਿਉਂਦੇ ਹੋਏ ਭਗਤ ਸਿੰਘ ਨਾਲੋਂ ਮਰਿਆ ਹੋਇਆ ਭਗਤ ਸਿੰਘ ਇਹਨਾਂ ਲਈ ਵੱਧ ਖਤਰਨਾਕ ਹੋਊਗਾ। ਤੇ ਅੱਜ ਦੇਖ ਸਕਦੇ ਹਾਂ ਵੀ ਉਹਦੀ ਸੋਚ ਨਾਲ ਉਹਨੂੰ ਤੋੜ ਮਰੋੜਨ ਦੀ ਇਕੱਲੇ ਅੰਗਰੇਜ਼ਾਂ ਲਈ ਨਹੀਂ ਸੀ ਉਹ ਖਤਰਨਾਕ, ਜਿਨ੍ਹਾਂ ਨੇ ਉਹਦੇ ਖਿਲਾਫ ਬਹੁਤ ਮਤਲਬ ਗਲਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਦੇ ਹਾਕਮ ਵੀ ਉਹੀ ਕੁਛ ਕਰ ਰਹੇ ਨੇ। ਜੇ ਤੁਸੀਂ ਉਹਦੀ ਸੋਚ ਜਿਹੜੀ ਉਹ ਗੱਲ ਆਖਦਾ ਨੇ ਉਹਨਾਂ ਦੀਆਂ ਤੁਹਾਡੇ ਕੋਲ ਜਵਾਬ ਦੇਣ ਲਈ ਦਲੀਲਾਂ ਹੈ ਨਹੀਂ, ਤਾਂ ਤੁਸੀਂ ਉਹਨੂੰ ਬਦਨਾਮ ਕਰਨ ਦੇ ਲਈ ਕੁਝ ਵੀ ਮਨ ਘੜਤ ਬੋਲੋਗੇ ਤਾਂ ਉਹ ਅੱਜ ਬੋਲਿਆ ਜਾ ਰਿਹਾ। ਤੇ ਭਗਤ ਸਿੰਘ ਬਹਾਦਰ
ਇੱਕ ਨਿਡਰ ਇਨਸਾਨ ਸੀਗਾ ਜਿਹੜਾ ਇਹ ਕਹਿੰਦਾ ਸੀ ਵੀ ਜ਼ਰੂਰ ਜਿਉਂਦੇ ਰਹਿਣ ਦੀ ਖੁਆਇਸ਼ ਕਿਹਦੇ ਅੰਦਰ ਨਹੀਂ ਹੁੰਦੀ, ਮੇਰੇ ਅੰਦਰ ਵੀ ਹੈਗੀ ਹੈ, ਪਰ ਮੈਂ ਜਿਹੜੀ ਸੋਚ ਲਈ ਤੁਰਿਆ ਹੋਇਆ, ਮੈਨੂੰ ਤਾਂ ਇੱਕ ਸਭ ਤੋਂ ਵੱਡੀ ਕੁਰਬਾਨੀ ਮੁਲਕ ਦੇ ਲਈ, ਆਪਦੀ ਧਰਤੀ ਦੇ ਲਈ ਸਭ ਤੋਂ ਵੱਡੀ ਕੁਰਬਾਨੀ ਇਹੀ ਹੋ ਸਕਦੀ ਹੈ, ਸਭ ਤੋਂ ਵੱਡਾ ਤਗਮਾ ਜਿਹੜਾ ਉਹ ਮੈਨੂੰ ਮਿਲਣ ਜਾ ਰਿਹਾ ਹੈ ਤੇ ਇਸ ਗੱਲ ਦਾ ਮੈਨੂੰ ਮਾਣ, ਮੈਂ ਫਖਰ ਮਹਿਸੂਸ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ, ਸਾਡੇ ਨੌਜਵਾਨ ਨੇ, ਜਦੋਂ ਸਾਡੀ ਫਾਂਸੀ ਤੋਂ ਬਾਅਦ ਸਾਡੇ ਵਿਚਾਰਾਂ ਦੀ ਮਹਿਕ ਇਸ ਪੂਰੇ ਅਸਮਾਨ ਵਿੱਚ ਘੁਲ ਜਾਊਗੀ ਤੇ ਉਸ ਮਹਿਕ ਤੋਂ ਪ੍ਰੇਰਨਾ ਲੈ ਕੇ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਇਸ ਸੱਤਾ ਲਈ ਵੰਗਾਰ ਖੜੀ ਕਰਨਗੀਆਂ ਤੇ ਇੱਥੇ ਨਾ ਸਿਰਫ ਅੰਗਰੇਜ਼ਾਂ ਦਾ, ਨਾ ਸਿਰਫ ਅਸੀਂ ਆਜ਼ਾਦੀ ਲਈ, ਸਗੋਂ ਇਨਕਲਾਬ ਦੇ ਲਈ ਉਹ ਨੌਜਵਾਨ ਪੀੜ੍ਹੀਆਂ ਜਿਹੜੀਆਂ ਉਹ ਜੂਝਣ ਲੱਗ ਜਾਣਗੀਆਂ ਸਾਡੇ ਉਹ ਸੋਚ ਨੂੰ, ਸਾਡੇ ਉਹਨਾਂ ਵਿਚਾਰਾਂ ਨੂੰ ਪਰਰਾ ਕੇ ਉਹਨਾਂ ਦੇ ਉੱਤੇ ਚੱਲ ਕੇ ਅੱਗੇ। ਹਾਂਜੀ, ਇੱਕ ਗੱਲ ਹੋਰ ਇੱਥੇ ਆ ਰਹੀ ਹੈ, ਉਹ ਕਹਿੰਦੇ ਆ ਕਿ ਇੱਕ ਗੱਲ ਰਹਿ ਗਈ ਸੀ, ਉਹ ਸਾਂਡਰਸ ਵਾਲੀ ਆਪਣੀ ਗੱਲ ਹੈ ਨਾ। ਦੇਖੋ ਸਾਂਡਰਸ ਦੇ ਕਤਲ ਬਾਰੇ ਨਾ ਇਹ ਵੀ ਉਹਨਾਂ ਦੀਆਂ ਜਿਹੜੀਆਂ ਤੁਸੀਂ ਭਾਈ ਰਣਧੀਰ ਸਿੰਘ ਦੀਆਂ ਤੇ ਸਰਦਾਰ ਕਪੂਰ ਦੀਆਂ ਜਿਹੜੀਆਂ ਨੇ ਲਿਖਤਾਂ, ਉਹਨਾਂ ਦੇ ਵਿੱਚ ਵੀ ਆਪਾਂ ਵਿਰੋਧੀ ਉਹ ਗੱਲਾਂ ਕਰ ਰਹੇ ਨੇ। ਸਰਦਾਰ ਕਪੂਰ ਤਾਂ ਇਹ ਕਹਿੰਦੇ ਨੇ ਵੀ ਭਗਤ ਸਿੰਘ ਨੂੰ ਗੋਲੀ ਮਾਰਦੇ ਹੋਏ ਮੈਂ ਆਪ ਗਵਰਨਮੈਂਟ ਕਾਲਜ ਦੀ ਨਿਊ ਹੋਸਟਲ ਦੀ ਛੱਤ ਦੇ ਉੱਤੇ ਬੈਠ ਕੇ ਦੇਖਿਆ ਵੀ ਉੱਥੇ 2 ਗੋਲੀਆਂ ਚੱਲੀਆਂ ਸੀ, ਇੱਕ ਨਾਲ ਸਾਂਡਰਸ ਮਰਿਆ ਸੀ, ਦੂਜੀ ਜਿਹੜੀ ਚੰਨਣ ਸਿਉਂ ਦੇ ਮਾਰੀ ਗਈ ਸੀਗੀ, ਠੀਕ ਹੈ। ਤੇ ਉਸ ਤੋਂ ਬਾਅਦ ਭਾਈ ਰਣਧੀਰ ਸਿੰਘ ਉਸ ਤੋਂ ਬਾਅਦ ਉਸੇ ਕਿਤਾਬ 'ਚ ਸਰਦਾਰ ਕਪੂਰ 55 ਨੰਬਰ ਆਪਦੇ ਪੰਨੇ ਤੇ ਸਾਚੀ ਸਾਥੀ ਦੇ ਵਿੱਚ ਇਹ ਲਿਖਦੇ ਨੇ ਵੀ ਇਹ ਜਿਹੜੀ ਗੱਲ ਆ ਮੈਨੂੰ ਇਹ ਰਣਧੀਰ ਸਿੰਘ ਨੇ ਦੱਸੀ ਸੀ ਵੀ ਭਗਤ ਸਿੰਘ ਨੇ ਚੰਨਣ ਸਿੰਘ ਨੂੰ ਗੋਲੀ ਮਾਰੀ ਸੀ, ਹੌਲਦਾਰ ਚੰਨਣ ਸਿੰਘ ਨੂੰ। ਮਤਲਬ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਮੈਂ ਆਪਦੀ ਅੱਖੀ ਦੇਖਿਆ, ਦੂਜੇ ਪਾਸੇ ਉਹ ਕਹਿ ਰਹੇ ਨੇ ਮੈਨੂੰ ਭਾਈ ਰਣਧੀਰ ਸਿੰਘ ਨੇ 1950 ਦੇ ਵਿੱਚ ਦੱਸੀ। ਭਾਈ ਰਣਧੀਰ ਸਿੰਘ ਇਹਦੇ ਬਾਰੇ ਲਿਖਦੇ ਨੇ ਵੀ ਚੰਨਣ ਜਿਹੜੀਆਂ ਉਹਨਾਂ ਦੀ ਉਹ ਹੈ ਜੇਲ੍ਹ ਚਿੱਠੀਆਂ ਨੇ ਉਹਦੇ ਵਿੱਚ ਕਿਤੇ ਚੰਨਣ ਸਿੰਘ ਦਾ ਜ਼ਿਕਰ ਹੀ ਨਹੀਂ ਆਉਂਦਾ। ਮਤਲਬ ਜਾਂ ਤਾਂ ਰਣਧੀਰ ਸਿੰਘ ਦੱਸਣਾ ਹੀ, ਆਪਦੇ ਲਿਖਣਾ ਹੀ ਭੁੱਲ ਗਏ। ਮਤਲਬ ਆਪਾ ਵਿਰੋਧੀ ਗੱਲਾਂ ਨੇ। ਇਹ ਤੋਂ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਮਨਘੜਤ ਚੀਜ਼ਾਂ ਜਿਹੜੀਆਂ ਉਹ ਘੜੀਆਂ ਗਈਆਂ ਨੇ। ਅਸਲ ਵਿੱਚ ਕੀ ਹੋਇਆ ਸੀਗਾ ਉਸ ਦਿਨ ਸਾਂਡਰਸ ਦੇ ਕਤਲ ਵੇਲੇ? ਪਹਿਲੀ ਗੱਲ, ਸਾਂਡਰਸ ਕੋਈ ਬੇਗੁਨਾਹ ਨਹੀਂ ਸੀ। ਸਕਾਟ ਨੂੰ ਜ਼ਰੂਰ ਇਹ ਮਾਰਨਾ ਚਾਹੁੰਦੇ ਸੀ ਕਿਉਂਕਿ ਸਕਾਟ ਨੇ ਉਸ ਵੇਲੇ ਲਾਜਪਤ ਰਾਏ ਦੀ ਮੌਤ ਵੇਲੇ ਜਦੋਂ ਇਹ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸੀ, ਸਕਾਟ ਨੇ ਉਦੋਂ ਆਰਡਰ ਦਿੱਤੇ ਸੀ, ਪਰ ਉਸ ਆਰਡਰ ਦੇਣ ਤੋਂ ਬਾਅਦ ਜਿਹੜੇ ਲਾਠੀ ਚਾਰਜ ਕਰ ਰਹੇ ਸੀ ਉਹਦੇ ਵਿੱਚ ਸਾਂਡਰਸ ਵੀ ਸ਼ਾਮਲ ਸੀ। ਉਹਨਾਂ ਨੇ ਵੀ ਲੋਕ ਆ ਜਿਹੜੇ ਉਹਨਾਂ ਤੇ ਲਾਠੀਆਂ ਚਲਾਈਆਂ ਨੇ। ਤੇ ਉਸ ਤੋਂ ਬਾਅਦ ਜਦੋਂ ਉੱਥੇ ਉਸ ਦਿਨ ਭਗਤ ਸਿੰਘ ਤੇ ਰਾਜਗੁਰੂ ਦੋਨਾਂ ਦੀ ਜ਼ਿੰਮੇਵਾਰੀ ਲੱਗੀ ਸੀ, ਉੱਥੇ ਤੁਸੀਂ ਭਗਤ ਸਿੰਘ ਦੀਆਂ ਜਿਹੜੀਆਂ ਵੀ ਡਾਕੂਮੈਂਟਡ ਐਵੀਡੈਂਸ ਤੇ ਉਹਦੇ ਵਿੱਚ ਇਹ ਗੱਲਾਂ ਸਾਫ਼ ਨੇ ਤੇ ਉਹਨਾਂ ਦੇ ਅਦਾਲਤੀ ਬਿਆਨ ਉਹਨਾਂ ਸਾਰੀਆਂ ਦੀਆਂ ਉੱਥੋਂ ਵੀ ਪਤਾ ਲੱਗਦਾ ਇਤਿਹਾਸ ਤੋਂ ਵੀ ਭਗਤ ਸਿੰਘ ਨੇ ਉਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਉਦੋਂ ਜ਼ਿੰਮੇਵਾਰੀ ਮੁੱਖ ਤੌਰ ਤੇ ਭਗਤ ਸਿੰਘ ਦੀ ਸੀਗੀ। ਭਗਤ ਸਿੰਘ ਨੂੰ ਬਚਾਉਣਾ ਰਾਜਗੁਰੂ ਨੇ ਸੀ ਤੇ ਇਹਨਾਂ ਦੋਨਾਂ ਨੂੰ ਸ਼ੀਲਡ ਕਰਨਾ ਸੀਗਾ ਚੰਦਰ ਸ਼ੇਖਰ ਆਜ਼ਾਦ ਨੇ ਵੀ ਇਹਨਾਂ ਦਾ ਕੋਈ ਪਿੱਛਾ ਨਾ ਕਰੇ ਜਾਂ ਇਹਨਾਂ ਨੂੰ ਬਚਾਉਣਾ, ਇਹ ਭੱਜਣ ਕਿਵੇਂ ਉਸ ਮੌਕੇ ਤੇ ਉਸ ਵੇਲੇ ਭਗਤ ਸਿੰਘ ਪਛਾਣ ਜਾਂਦਾ ਵੀ ਸਕਾਟ ਦੀ ਥਾਂ ਤੇ ਸਾਂਡਰਸ ਆਉਂਦਾ, ਇਸ ਕਰਕੇ ਉਹ ਪਹਿਲਾਂ ਗੋਲੀ ਨਹੀਂ ਦਾਗਦਾ। ਪਹਿਲੀ ਗੋਲੀ ਮੱਥੇ ਦੇ ਵਿੱਚ ਰਾਜਗੁਰੂ ਦਾਗਦਾ ਹੈ ਸਾਂਡਰਸ ਦੇ। ਉਸ ਤੋਂ ਬਾਅਦ ਭਗਤ ਸਿੰਘ ਉਹਦੇ ਨੇੜੇ ਜਾ ਕੇ, ਕਿਉਂਕਿ ਹੁਣ ਹੋ ਚੁੱਕਿਆ ਸੀ ਤਾਂ ਉਹਨਾਂ ਦੋਨਾਂ ਦੀ ਜ਼ਿੰਮੇਵਾਰੀ ਲੱਗੀ ਸੀ, ਤਾਂ ਉਹ ਨੇੜੇ ਜਾ ਕੇ ਭਗਤ ਸਿੰਘ ਉਹਦੇ ਗੋਲੀਆਂ ਮਾਰਦੀਆਂ। ਕੁੱਲ 8 ਗੋਲੀਆਂ ਚੱਲਦੀਆਂ ਨੇ ਉਦੋਂ। ਫਿਰ ਇਹ ਦੋਨੇ ਉੱਥੋਂ ਭੱਜਦੇ ਨੇ ਤੇ ਇਹਨਾਂ ਦੇ ਪਿੱਛੇ ਚੰਨਣ ਸਿੰਘ ਹੌਲਦਾਰ ਭੱਜਦਾ ਕਾਫੀ ਦੂਰ ਤੱਕ। ਰਾਜਗੁਰੂ ਥੋੜਾ ਪਿੱਛੇ ਭੱਜ ਰਿਹਾ ਸੀ, ਭਗਤ ਸਿੰਘ ਕਾਫੀ ਅੱਗੇ ਭੱਜ ਰਿਹਾ ਸੀ ਤੇ ਚੰਨਣ ਸਿੰਘ ਜਿਹੜਾ ਉਹਦਾ ਮੁੱਖ ਨਿਸ਼ਾਨਾ ਭਗਤ ਸਿੰਘ ਸੀ ਵੀ ਮੈਂ ਉਹਨੂੰ ਫੜਨਾ ਹੈ, ਇਸ ਕਰਕੇ ਉਹ ਰਾਜਗੁਰੂ ਨੂੰ ਨਹੀਂ ਫੜਦਾ। ਉਹ ਉਸ ਤੋਂ ਵੀ ਅੱਗੇ ਲੰਘ ਕੇ ਜਦੋਂ ਭਗਤ ਸਿੰਘ ਦੇ ਜਮਾ ਨੇੜੇ ਪਹੁੰਚਦਾ ਹੈ, ਪਹਿਲਾਂ ਚੰਦਰ ਸ਼ੇਖਰ ਆਜ਼ਾਦ ਵੱਲੋਂ ਬਕਾਇਦਾ ਵਾਰਨਿੰਗ ਦਿੱਤੀ ਜਾਂਦੀ ਆ ਉਹਨੂੰ ਬਈ ਤੂੰ ਭਾਰਤੀ, ਅਸੀਂ ਨਹੀਂ ਮਾਰਨਾ ਚਾਹੁੰਦੇ ਤੈਨੂੰ, ਪਰ ਤੂੰ ਇਹ ਨਾ ਕੰਮ ਕਰ, ਇਹ ਇਹਨਾਂ ਦੀ ਚਾਕਰੀ ਕਰਨਾ ਬੰਦ ਕਰ ਦੇ, ਵੀ ਇਹ ਭਗਤ ਸਿੰਘ ਦੇ ਪਿੱਛੇ ਨਾ ਲੱਗ, ਨਾ ਕਰ ਪਿੱਛਾ। ਪਰ ਉਹ ਨਹੀਂ ਉਸ ਵਾਰਨਿੰਗ ਤੋਂ ਵੀ ਮੰਨਦਾ ਹੈਗਾ। ਤਾਂ ਜਦੋਂ ਬਿਲਕੁਲ ਭਗਤ ਸਿੰਘ ਦੇ ਨੇੜੇ ਪਹੁੰਚਦਾ ਜਿੱਥੇ ਉਹਨੂੰ ਫੜਿਆ ਜਾ ਸਕਦਾ ਸੀ, ਤਾਂ ਉਹਦੇ ਪੱਟ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਗੋਲੀ ਮਾਰਦਾ ਤੇ ਉਸ ਗੋਲੀ ਮਾਰਨ ਤੋਂ ਬਾਅਦ ਉਹ ਉੱਥੇ ਹੀ ਢਹਿ ਢੇਰੀ ਹੋ ਜਾਂਦਾ। ਉਸ ਵੇਲੇ ਉਹ ਮਰਿਆ ਪੱਟ ਦੇ ਵਿੱਚ ਗੋਲੀ ਲੱਗਣ ਕਾਰਨ ਨਹੀਂ ਮਰਿਆ, ਇਸ ਕਰਕੇ ਆ ਕਿਉਂਕਿ ਗੋਲੀ ਲੱਗਣ ਤੋਂ ਬਾਅਦ ਜਿੰਨਾ ਲਹੂ ਵਿਆ, ਉਹ ਤੋਂ ਬਾਅਦ ਜਿੰਨੇ ਜਿਹੜੇ ਅੰਗਰੇਜ਼ ਅਫਸਰਾਂ ਦੀ ਵਿੱਚ ਭਰਤੀ ਵਿੱਚ ਸੀਗਾ, ਉਹ ਜਿਨ੍ਹਾਂ ਦੀ ਸੇਵਾ ਦੇ ਵਿੱਚ ਸੀ, ਉਹਨਾਂ ਵਿੱਚੋਂ ਕਿਸੇ ਨੇ ਵੀ ਇਹਨੂੰ ਚੱਕਿਆ ਨਹੀਂ। ਉਹ ਮਰੇ ਹੋਏ ਸਾਂਡਰਸ ਨੂੰ ਹੀ ਹਸਪਤਾਲ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਸੀ ਤੇ ਉੱਥੇ ਦੇ 2 ਵਿਦਿਆਰਥੀ ਰਿਕਸ਼ੇ ਤੇ ਚੱਕ ਕੇ ਇਹਨੂੰ ਲੈ ਕੇ ਜਾਂਦੇ ਆ ਡਿਸਪੈਂਸਰੀ ਨੇੜੇ। ਡਿਸਪੈਂਸਰੀ ਦੇ ਵਿੱਚੋਂ ਉਹਨੂੰ ਅਗਲੇ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਤੇ ਉੱਥੇ ਹਸਪਤਾਲ ਜਾਂਦੇ ਹੋਏ ਰਾਹ ਦੇ ਵਿੱਚ ਮੌਤ ਹੋ ਜਾਂਦੀ ਹੈ। ਤਾਂ ਇੱਥੋਂ ਇਹ ਸਾਫ਼ ਸਪਸ਼ਟ ਹੁੰਦਾ, ਪਹਿਲੀ ਗੱਲ ਇਹ ਵੀ ਭਗਤ ਸਿੰਘ ਨੇ ਨਹੀਂ ਮਾਰੀ ਸੀ, ਦੂਜਾ ਇਹ ਵੀ ਇਹ ਬੇਗੁਨਾਹ ਨਹੀਂ ਸੀ। ਇਹ ਦੋਨੋਂ ਜਣੇ ਹੀ ਅੰਗਰੇਜ਼ਾਂ ਦੀ ਚਾਕਰੀ ਦੇ ਵਿੱਚ ਲੱਗੇ। ਉਹ ਅੰਗਰੇਜ਼ ਜਿਹੜੇ ਸਾਡੇ ਲੋਕਾਂ ਨੂੰ ਲੁੱਟਣ ਦੇ ਲਈ 200 ਸਾਲ ਇੱਥੇ ਜਿਨ੍ਹਾਂ ਨੇ ਲਗਾਤਾਰ ਲੁੱਟ ਕਰਦੇ ਰਹੇ ਨੇ ਤੇ ਜਿਨ੍ਹਾਂ ਦੇ ਖਿਲਾਫ ਅਸੀਂ ਲੜਾਈਆਂ ਲੜੀਆਂ ਨੇ। ਹੁਣ ਦੇਖੋ ਉਹਨਾਂ ਨੂੰ ਬੇਗੁਨਾਹ ਕਹਿਣਾ ਇਹ ਤਾਂ ਸਿਮਰਜੀਤ ਮਾਨ ਹੋਣੀ ਕਹਿਣਗੇ, ਕਿਉਂਕਿ ਉਹ ਆਪ ਵੀ ਉਸ ਵੇਲੇ ਦੇ ਸਮੇਂ ਦੇ ਵਿੱਚ ਉਹਨਾਂ ਦੇ ਇਤਿਹਾਸ ਦੇ ਵਿੱਚ ਚੱਕ ਕੇ ਦੇਖ ਲਈਏ ਤਾਂ ਉਹ ਇਸ ਗੱਲ ਦੇ ਵਿੱਚ ਇਹਨਾਂ ਨੂੰ ਬੇਗੁਨਾਹ ਜ਼ਰੂਰ ਸਾਬਤ ਕਰ ਰਹੇ ਨੇ ਤੇ ਦੂਜੇ ਪਾਸੇ ਆਪਦੇ ਹੀ ਨਾਨੇ ਨੂੰ ਜਿਹੜਾ ਉਹਨੂੰ ਵੀ ਬੇਗੁਨਾਹ ਸਾਬਤ ਕਰ ਰਹੇ ਨੇ। ਕਹਿੰਦੇ ਹਾਂਜੀ ਸਰੋਪੇ ਵਾਲੀ ਜੇ ਗੱਲ ਕਰ ਲਈਏ, ਬਿਲਕੁਲ ਵੀ ਠੰਡਾ ਕਰਨ ਦੀ ਗੱਲ, ਮਤਲਬ ਇਹ ਦੇਖਿਆ ਜਾਣਾ ਚਾਹੀਦਾ ਵਾ, ਇਹ ਗੱਲ ਸੋਚਣੀ ਚਾਹੀਦੀ ਹੈ ਵੀ ਫਿਰ ਤਾਂ ਇਹਦਾ ਮਤਲਬ ਹੈ ਵੀ ਊਧਮ ਸਿੰਘ
ਜਿਨੇ 21 ਸਾਲ ਬਾਅਦ ਉਸ ਵਾਰਦਾਤ ਦਾ ਬਦਲਾ ਲਿਆ ਸੀ, ਉਸ ਘਿਨੌਣੇ ਅਪਰਾਧ ਦਾ ਬਦਲਾ ਲਿਆ ਸੀ ਜਾ ਕੇ, ਉਹਨੂੰ ਵੀ ਫਿਰ ਜਾਣਾ ਤਾਂ ਨਹੀਂ ਚਾਹੀਦਾ ਸੀ, ਉਹਨੂੰ ਵੀ ਤਾਂ ਫਿਰ ਸਰੋਪਾ ਪਾ ਕੇ ਠੰਡਾ ਹੀ ਕਰ ਦੇਣਾ ਚਾਹੀਦਾ ਸੀਗਾ। ਫਿਰ ਤਾਂ ਸਾਡੇ ਸ਼ਹੀਦ ਅਸੀਂ ਸ਼ਹੀਦ ਊਧਮ ਸਿੰਘ ਦਾ 31 ਜੁਲਾਈ ਨੂੰ ਮਨਾ ਰਹੇ ਹਾਂ, ਹੈ ਨਾ, ਸ਼ਹੀਦੀ ਦਿਨ। ਮਤਲਬ ਫਿਰ ਤਾਂ ਸਾਨੂੰ ਉਹ ਇਸੇ ਰਾਹ ਦੇ ਉੱਤੇ, ਇਹਨਾਂ ਦੇ ਕਹੇ ਰਾਹ ਦੇ ਉੱਤੇ ਵੀ ਠੰਡਾ ਕਰੀ ਜਾਓ, ਦੁਸ਼ਮਣ ਦੇ ਨਾਲ ਲੜਾਈ ਕਰਨ ਦੀ ਥਾਂ ਤੇ ਉਹਨਾਂ ਮੂਹਰੇ ਗੋਡੇ ਟੇਕ ਦਿਓ। ਅਸਲ ਵਿੱਚ ਉਹ ਗੱਲ ਸਿਰਫ ਠੰਡਾ ਕਰਨ ਦੀ ਨਹੀਂ ਹੈਗੀ, ਗੱਲ ਇਹ ਨਹੀਂ ਵੀ ਕੋਈ ਬੰਬਾਰੀ ਤੋਂ ਬਚਾਉਣਾ ਚਾਹੁੰਦੇ ਸੀ, ਗੱਲ ਇਹ ਵੀ ਉਸ ਸਮੇਂ ਦੀ ਪੂਰੀ ਕਾਰਗੁਜ਼ਾਰੀ। ਦੇਖੋ, ਅਸੀਂ ਕਿਸੇ ਵੀ ਬੰਦੇ ਨੂੰ ਉਹਦੇ ਪੁਰਖਿਆਂ ਦੀ ਕਾਰਗੁਜ਼ਾਰੀ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾ ਰਹੇ, ਪਰ ਅਸੀਂ ਇਸ ਗੱਲ ਲਈ ਜ਼ਿੰਮੇਵਾਰ ਠਹਿਰਾ ਰਹੇ ਹਾਂ ਵੀ ਤੁਸੀਂ ਉਹਨੂੰ ਡਿਫੈਂਡ ਕਰ ਰਹੇ ਹੋ। ਅੱਜ ਦੇ ਸਮੇਂ ਦੇ ਵਿੱਚ ਤੁਸੀਂ ਉਹਨੂੰ ਅਪਹੋਲਡ ਕਰ ਰਹੇ ਹੋ, ਤੁਸੀਂ ਇਹ ਆਖ ਰਹੇ ਹੋ ਵੀ ਉਹ ਜੋ ਕੀਤਾ ਸੀ ਉਹ ਠੀਕ ਹੈ, ਤਾਂ ਅਸੀਂ ਤੁਹਾਡੇ ਤੇ ਸਵਾਲ ਕਰ ਰਹੇ ਹਾਂ। ਨਹੀਂ ਤਾਂ ਕਿਸੇ ਦੇ ਵੀ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਕੋਈ ਵੀ ਕਿਹੜੀ ਸੋਚ ਦਾ ਪਰਨਾਇਆ, ਅਸੀਂ ਉਸ ਬੰਦੇ ਦੀ ਉਹ ਸੋਚ ਕਰਕੇ ਉਹਨੂੰ ਫੜਾਂਗੇ, ਹੈ ਨਾ। ਤੇ ਇਹ ਗੱਲ ਆਪਣੇ ਆਪ ਦੇ ਵਿੱਚ ਇਹਨਾਂ ਦੇ ਉੱਤੇ ਸਵਾਲ ਖੜਾ ਕਰ ਦਿੰਦੀ ਹੈ ਵੀ ਤੁਸੀਂ ਵੀ, ਤੁਹਾਡੀ ਕੀ ਸੋਚ ਹੈ ਕੁੱਲ, ਜੇ ਤੁਸੀਂ ਇਸ ਤਰ੍ਹਾਂ ਨਾਲ ਉਹਨਾਂ ਦੀ ਇਸ ਕਾਰਗੁਜ਼ਾਰੀ ਨੂੰ ਡਿਫੈਂਡ ਕਰ ਰਹੇ ਹੋ, ਜੇ ਉਹਨੂੰ ਆਖਦੇ ਹੋ ਇਹ ਚੀਜ਼ਾਂ ਨੂੰ। ਤੇ ਮੈਨੂੰ ਲੱਗਦਾ ਵੀ ਲੋਕ ਸਮਝਦੇ ਨੇ। ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਭਰਮ ਫੈਲਾਉਣ ਦੀ, ਪਰ ਸੱਚਮੁੱਚ ਸਵਾਗਤਯੋਗ ਹੈ ਵੀ ਲੋਕਾਂ ਨੇ ਭਗਤ ਸਿੰਘ ਨੂੰ, ਜਿਨ੍ਹਾਂ ਨੂੰ ਉਹ ਆਪਦਾ ਨਾਇਕ ਮੰਨਦੇ ਨੇ, ਲੋਕ ਜਿਹੜੇ ਨੇ ਉਹ ਜਾਣਦੇ ਨੇ ਵੀ ਸਾਡੇ ਨਾਇਕਾਂ ਨੂੰ ਇੰਨੀ ਛੇਤੀ ਤੁਸੀਂ ਸਾਡੇ ਵਿੱਚੋਂ ਖਤਮ ਨਹੀਂ ਕਰ ਸਕਦੇ ਹੈਗੇ। ਤੇ ਉਹ ਲੋਕਾਂ ਦਾ ਰਿਐਕਸ਼ਨ ਸਾਨੂੰ ਦੇਖਣ ਨੂੰ ਮਿਲਦਾ ਹੈ। ਉਹ ਪਿੰਡ ਪਿੰਡ ਦੇ ਵਿੱਚ ਭਗਤ ਸਿੰਘ ਦੇ ਨਾਮ ਤੇ ਬਣੇ ਹੋਏ ਕਲੱਬ ਸਾਨੂੰ ਇਹ ਦੱਸਦੇ ਨੇ ਵੀ ਉਹ ਨਾਇਕ ਕਿਹਨਾਂ ਦਾ, ਉਹ ਸੱਤਾ ਦਾ ਨਾਇਕ ਨਹੀਂ ਹੈਗਾ, ਉਹ ਸਾਡੇ ਲੋਕਾਂ ਦਾ ਨਾਇਕ ਹੈ। ਤੇ ਉਹ ਲੋਕਾਂ ਦੇ ਨਾਇਕਾਂ ਨੂੰ, ਉਹ ਘੋੜੀਆਂ ਵਿੱਚੋਂ, ਉਹ ਸਾਡੇ ਵਿਰਸੇ ਦੇ ਵਿੱਚੋਂ, ਉਹ ਸਾਡੇ ਪਿੰਡ ਦੇ ਵਿੱਚ ਸ਼ਹਿਰੀਆਂ ਇਹਨਾਂ ਕਲੱਬਾਂ ਦੇ ਵਿੱਚੋਂ ਤੁਸੀਂ ਗਾਇਬ ਨਹੀਂ ਕਰ ਸਕਦੇ। ਉਹ ਲੋਕਾਂ ਦਾ ਨਾਇਕ ਹੈ ਤੇ ਉਹ ਹਮੇਸ਼ਾ ਲੋਕ ਜਿਹੜੇ ਨੇ ਉਹਦੇ ਰਾਹ ਦੇ ਉੱਤੇ ਚੱਲਦੇ ਹੋਏ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਰਹਿਣਗੇ। ਤੇ ਉਸੇ ਦਰਸਾਏ ਹੋਏ ਰਾਹ ਦੇ ਉੱਤੇ ਚੱਲ ਕੇ ਜਿਹੜੇ ਇਸ ਤਰ੍ਹਾਂ ਦੇ ਹਾਕਮ ਧਿਰਾਂ ਦੇ ਨੁਮਾਇੰਦੇ ਬੈਠੇ ਨੇ, ਸਾਰੇ, ਮੈਂ ਇਕੱਲੇ ਇੱਕ ਨੂੰ ਨਹੀਂ, ਸਾਰਿਆਂ ਨੂੰ ਆਖੂੰਗੀ, ਭਾਜਪਾ, ਅਕਾਲੀ, ਸਿਮਰਜੀਤ ਮਾਨ ਹੋਵੇ, ਬਾਦਲ ਹੋਣ, ਚਾਹੇ ਕਾਂਗਰਸ ਹੋਵੇ, ਸਾਰੇ ਦੇ ਸਾਰੇ, ਇਹ ਸਾਰੇ ਜਿਹੜੇ ਅੱਜ ਬੈਠ ਕੇ ਲੋਕਾਂ ਨੂੰ ਲੁੱਟਣ ਦੇ ਲਈ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ, ਮੈਨੂੰ ਲੱਗਦਾ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਭਗਤ ਸਿੰਘ ਦੇ ਵਿਚਾਰ ਅੱਜ ਖੜਦੇ ਨੇ। ਇਸ ਕਰਕੇ ਇਹਨਾਂ ਤੋਂ ਖਤਰਾ ਮਹਿਸੂਸ ਕਰਦਾ, ਤਾਈਓ ਭਗਤ ਸਿੰਘ ਨੂੰ ਅੱਜ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਸਾਰੇ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਅਮਨ। ਬਹੁਤ ਧੰਨਵਾਦ ਜੀ। ਤਾਂ ਗੱਲਬਾਤ ਕੀਤੀ ਸਾਡੇ ਨਾਲ ਅਮਨ ਸਨ, ਉਹਨਾਂ ਨੇ ਕਿਹਾ ਕਿ ਭਗਤ ਸਿੰਘ ਲੋਕਾਂ ਦਾ ਨਾਇਕ ਹੈ, ਰਹੇਗਾ। ਅੱਜ ਪਿੰਡੋਂ ਪਿੰਡੀ ਜਿਹੜੇ ਭਗਤ ਸਿੰਘ ਦੇ ਨਾਂ ਤੇ ਬਣੇ ਕਲੱਬ, ਭਗਤ ਸਿੰਘ ਦੀ ਵਿਚਾਰਧਾਰਾ ਜਿਹੜੀ ਹੈ ਉਹ ਜਿਹੜੇ ਨੌਜਵਾਨ ਅਪਣਾ ਕੇ ਅੱਜ ਵੀ ਉਹਨਾਂ ਦੇ ਰਸਤਿਆਂ 'ਚ ਚੱਲ ਕੇ ਉਹਨਾਂ ਲੋਕਾਂ ਖਿਲਾਫ ਲੜ ਰਹੇ ਆ ਜੋ ਸਦੀਆਂ ਤੋਂ ਲੋਕਾਂ ਨੂੰ ਲੁੱਟਦੇ ਆ ਰਹੇ ਆ। ਹੁਣ ਭਗਤ ਸਿੰਘ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਅੰਗਰੇਜ਼ ਚਲੇ ਜਾਣਗੇ, ਅਗਲੇ ਜਿਹੜੇ ਆਉਣਗੇ ਚਮੜੀ ਬਦਲੇਗੀ, ਪਰ ਲੋਕਾਂ ਦੀ ਲੁੱਟ ਇਹੀ ਜਾਰੀ ਰਹੇਗੀ। ਜਿਹੜਾ ਅਜਿਹੇ ਬਿਆਨ ਆਉਣੇ, ਇਹ ਤੋਂ ਵੀ ਕਹਿੰਦੇ ਕਿ ਚੰਗਾ ਕਿ ਲੋਕ ਭਗਤ ਸਿੰਘ ਬਾਰੇ ਹੋਰ ਸਟੱਡੀ ਕਰਨਗੇ। ਜਿਹੜੇ ਨੌਜਵਾਨਾਂ ਨੇ ਭਗਤ ਸਿੰਘ ਨੂੰ ਨਹੀਂ ਪੜ੍ਹਿਆ, ਜਿਹਨਾਂ ਨੌਜਵਾਨਾਂ ਨੇ ਭਗਤ ਸਿੰਘ ਦੀਆਂ ਚਿੱਠੀਆਂ ਨਹੀਂ ਪੜ੍ਹੀਆਂ, ਜਿਹਨਾਂ ਨੌਜਵਾਨਾਂ ਨੇ ਭਗਤ ਸਿੰਘ ਤੇ ਸਟੱਡੀ ਨਹੀਂ ਕੀਤੀ, ਉਹਨਾਂ ਨੂੰ ਅੱਜ ਸਟੱਡੀ ਕਰਨ ਦਾ ਮੌਕਾ ਮਿਲੇਗਾ। ਉਹ ਸਟੱਡੀ ਕਰਨ ਤੇ ਵੇਖਣ ਕਿ ਉਹਨਾਂ ਦਾ ਨਾਇਕ ਕਿਹੋ ਜਿਹਾ ਸੀ, ਉਹਨਾਂ ਦਾ ਨਾਇਕ ਸੀ ਜਾਂ ਜਿਵੇਂ ਇਹ ਕਹਿ ਰਹੇ ਖਲਨਾਇਕ ਸੀ, ਇੱਥੋਂ ਉਹਨਾਂ ਨੂੰ ਸਪਸ਼ਟ ਹੋ ਜਾਵੇਗਾ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।